Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ, ਸਾਹਿਤ ਨੂੰ ਪਿਆਰ ਕਰਨ ਵਾਲੇ ਮੇਰੇ ਬਹੁਤ ਪਿਆਰੇ ਦੋਸਤੋ, ਅੱਜ ਅੰਬਰਾਂ ਦੇ ਸਰਨਾਵੇਂ ਪ੍ਰੋਗਰਾਮ ਜਿਹੜੇ ਸਾਡੇ ਕੋਲ ਸ਼ਖਸੀਅਤ ਆਏ ਨੇ ਵਿਪਨ ਪ੍ਰੀਤ, ਜਿਨ੍ਹਾਂ ਨੇ 2 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ 'ਚ ਪਾਈਆਂ, ਇੱਕ ਜਨਮ ਤੇ ਦੂਸਰੀ ਰਫੂਗਰ। ਉਹ ਆਪਣੀ ਤਰ੍ਹਾਂ ਦੀ ਕਵਿਤਾ ਲਿਖਣ ਵਾਲੇ, ਬਹੁਤ ਧੀਮਾ ਚੱਲਣ ਵਾਲੇ, ਆਪਣੇ ਅੰਦਾਜ਼ ਨਾਲ ਕਵਿਤਾ ਕਹਿਣ ਵਾਲੇ ਅੱਜ ਉਹ ਸਾਡੇ ਸਟੂਡੀਓ 'ਚ ਆਏ ਨੇ। ਤੁਹਾਡਾ ਵਿਪਨ ਜੀ ਬਹੁਤ ਬਹੁਤ ਸਵਾਗਤ ਇੱਥੇ ਆਉਣ ਤੇ ਅੰਬਰਾਂ ਦੇ ਸਰਨਾਵੇਂ ਪ੍ਰੋਗਰਾਮ 'ਚ। ਵਿਪਨ ਜੀ, ਆਪਾਂ ਗੱਲ ਤੁਹਾਡੀ ਇੱਕ ਕਵਿਤਾ ਦੇ ਨਾਲ ਹੀ ਸ਼ੁਰੂ ਕਰਦੇ ਹਾਂ। ਮੈਂ ਤੁਹਾਡੀ ਰਫੂਗਰ ਕਿਤਾਬ ਪੜ੍ਹ ਰਿਹਾ ਸੀ, ਉਹਦੇ 'ਚੋਂ ਮੈਂ ਨੋਟ ਕੀਤੀ ਸੀ ਕਵਿਤਾ, ਮੱਥੇ ਤੇ ਹੱਥ ਰੱਖ ਲੇਟ ਗਈ ਉਂਗਲੀ 'ਚ ਪੈਨ ਫੜੀ। ਮੱਥੇ ਤੇ ਹੱਥ ਰੱਖ ਲੇਟ ਗਈ ਉਂਗਲੀ 'ਚ ਪੈਨ ਫੜੀ ਤੇ ਅੱਖਾਂ ਆਸਮਾਨ ਤੇ ਟਿਕੀਆਂ ਹੋਈਆਂ। ਸ਼ਾਇਦ ਪੈਨ ਨੇ ਆਸਮਾਨ ਤੇ ਕਵਿਤਾ ਲਿਖੀ ਕਿ ਮੀਂਹ ਵਰ ਪਿਆ, ਥੱਕ ਚੁੱਕੀਆਂ ਅੱਖਾਂ 'ਚ ਸਤਰੰਗੀ ਪੀਂਘ ਸੀ ਤੇ ਉਂਗਲਾਂ 'ਚ ਭਿੱਜਿਆ ਪੈਨ, ਮੈਂ ਛੱਤ ਤੇ ਲੇਟੀ ਪੜ੍ਹ ਰਹੀ ਕਵਿਤਾ। ਬਹੁਤ ਹੀ ਖੂਬਸੂਰਤ ਕਵਿਤਾ ਵਾ। ਇਸ ਕਵਿਤਾ ਦੀ ਆਪਾਂ ਸਿਰਜਣ ਪ੍ਰਕਿਰਿਆ ਬਾਰੇ ਹੀ ਗੱਲ ਕਰ ਲਈਏ। ਜਿਸ ਤਰ੍ਹਾਂ ਦੇ ਇਹਦੇ 'ਚ ਖੂਬਸੂਰਤ ਅਹਿਸਾਸ ਆ, ਭਰੀ ਪਈ ਆ ਕਵਿਤਾ ਬਾਰਿਸ਼ ਨਾਲ, ਮੀਂਹ ਨਾਲ। ਪਰ ਇੱਥੇ ਇੱਕ ਮੇਰੇ ਮਨ 'ਚ ਸਵਾਲ ਆਇਆ ਸੀ ਕਿ ਇਸ ਖੂਬਸੂਰਤ ਆਲਮ 'ਚ ਅੱਖਾਂ ਮਤਲਬ ਕਿਉਂ ਥੱਕ ਗਈਆਂ? ਵਿਸ਼ਾਲ ਪਹਿਲਾਂ ਹੀ ਕੁਐਸਚਨ ਇੰਨਾ ਔਖਾ ਕਰ ਦਿੱਤਾ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਥੱਕੀਆਂ ਨਹੀਂ ਆ। ਉਸ ਵੇਲੇ ਪਤਾ ਨਹੀਂ ਕੀ ਮੂਮੈਂਟ ਹੋਣਗੇ, ਕੀ ਹੋਣਗੇ। ਇਹ ਤੇ ਹੈ ਹੀ ਨਹੀਂ ਕਿ ਕਵਿਤਾ ਹਮੇਸ਼ਾ ਇੱਕੋ ਤਰੀਕੇ ਨਾਲ ਚੱਲਦੀ ਹੈ ਜਾਂ ਹਮੇਸ਼ਾ ਉਂਝ ਹੀ ਅਸੀਂ ਰਹਿੰਦੇ ਹਾਂ। ਹੋ ਸਕਦਾ ਉਦੋਂ ਮੈਂ ਥੱਕੀ ਹੋਵਾਂ, ਉਦੋਂ ਮੈਂ ਕਵਿਤਾ ਲਿਖ ਦਿੱਤੀ, ਚੱਲ ਪਈ, ਨਿਕਲ ਗਈ ਕਵਿਤਾ, ਤੁਹਾਡੇ ਤੱਕ ਰਹਿ ਗਈ। ਹੁਣ ਤੁਹਾਡੀ ਅੱਖਾਂ ਥੱਕੀਆਂ ਕਿ ਨਹੀਂ ਥੱਕੀਆਂ, ਤੁਸੀਂ ਵੇਖੋ। ਅੱਛਾ, ਕਦੋਂ ਲੱਗਾ ਸੀਗਾ ਕਿ ਵਿਪਨ ਪ੍ਰੀਤ ਦਾ ਸ਼ਬਦਾਂ ਦੇ ਨਾਲ ਰਿਸ਼ਤਾ ਜੁੜ ਰਿਹਾ? ਇਹ ਮੇਰਾ ਰਿਸ਼ਤਾ ਸ਼ਬਦਾਂ ਦੇ ਨਾਲ, ਭੁਪਿੰਦਰ ਦੇ ਨਾਲ ਹੀ ਜੁੜਨਾ ਸ਼ੁਰੂ ਹੋਇਆ। ਅਸੀਂ ਸਭ ਤੋਂ ਪਹਿਲਾਂ 88-89 'ਚ ਮਿਲੇ ਸੀ। ਹਾਮਿਦ, ਜੋਤੀ, ਆਸੀ, ਵਿਸ਼ਾਲ ਵੀ ਨਾਲ, ਸਭ ਅਸੀਂ ਸਾਰੇ ਇਕੱਠੇ ਸੀ। ਸਾਰਿਆਂ ਨੂੰ ਮੈਂ ਵੇਖਦੀ ਹੁੰਦੀ ਸੀ, ਸਭ ਪੜ੍ਹਦੇ ਸੀ। ਓਸ਼ੋ ਦੀਆਂ ਬੁੱਕਸ ਦੇਣੀਆਂ ਸ਼ੁਰੂ ਕੀਤੀਆਂ ਭੁਪਿੰਦਰ ਨੇ ਮੈਨੂੰ ਵਿਆਹ ਤੋਂ ਪਹਿਲਾਂ, ਜਿਹੜੀਆਂ ਕਿ ਮੈਂ ਚੋਰੀ ਪੜ੍ਹਦੀ ਰਹੀ। ਉਸ ਤੋਂ ਬਾਅਦ ਫਿਰ ਵਿਆਹ ਤੋਂ ਬਾਅਦ ਆਉਂਦੇ ਸੀ ਸਾਰੇ ਕਵੀ, ਹਰ ਤਰ੍ਹਾਂ ਦੇ ਲੇਖਕ, ਵੱਡੇ ਵੱਡੇ ਵਿਦਵਾਨ ਸਾਰੇ। ਫਿਰ ਵੇਖ ਕੇ ਫਿਰ ਮੇਰੇ ਮਨ ਦੇ ਵਿੱਚ ਵੀ ਆਉਂਦਾ ਸੀ ਕਿ ਮੈਂ ਕੁਝ ਲਿਖਾਂ, ਤੇ ਲਿਖਣ ਲੱਗ ਪਈ। ਡਾਇਰੀ ਲਿਖਣੀ ਸ਼ੁਰੂ ਕੀਤੀ ਔਰ ਫਿਰ ਡਾਇਰੀ ਤੋਂ ਕਵਿਤਾ ਦੇ ਰੂਪ ਚ ਆ ਗਈ। ਭੁਪਿੰਦਰ ਪ੍ਰੀਤ ਤੁਹਾਡੇ ਜੀਵਨ ਸਾਥੀ ਆ, ਹੈ ਨਾ? ਮਤਲਬ ਕਿੰਨਾ ਵਧੀਆ ਵਾ। ਤੇ ਉਹ ਵੀ ਆਪਣੀ ਤਰ੍ਹਾਂ ਦਾ ਇੱਕ ਕਵੀ ਆ ਤੇ ਤੁਸੀਂ ਵੀ ਆਪਣੀ ਤਰ੍ਹਾਂ ਦੇ ਇੱਕ ਕਵੀ ਆ। ਦੋਨਾਂ ਦੀ ਆਪਣੀ ਆਪਣੀ ਪਹਿਚਾਣ ਆ। ਬੜੀ ਖੂਬਸੂਰਤ ਕਵਿਤਾ ਉਹ ਵੀ ਲਿਖਦਾ, ਬੜੀ ਖੂਬਸੂਰਤ ਰਫੂਗਰ ਦੇ ਵਿੱਚ ਮੈਂ ਸਵੇਰੇ ਹੀ ਕਵਿਤਾ ਪੜ੍ਹ ਰਿਹਾ ਸੀਗਾ। ਬਹੁਤ ਖੂਬਸੂਰਤ ਕਵਿਤਾਵਾਂ ਵਾ। ਮਤਲਬ ਇੱਕ ਘਰ 'ਚ 2 ਕਵੀਆਂ ਦਾ ਹੋਣਾ ਕਿਸ ਤਰ੍ਹਾਂ ਲੱਗਦਾ? ਉਹ ਬਹੁਤ ਵਧੀਆ ਹੈ, ਬਹੁਤ ਹੀ ਅਲੱਗ ਐਕਸਪੀਰੀਅੰਸ ਹੈ। ਮੈਂ ਬਹੁਤ ਰੇਅਰਲੀ ਕੋਈ ਵੇਖਿਆ ਹੋਏਗਾ ਕਪਲ ਜਿਹੜਾ ਇੰਜ ਲਿਖ ਵੀ ਰਹੇ ਨੇ ਤੇ ਇਕੱਠੇ ਜੀ ਵੀ ਰਹੇ ਨੇ। ਅਸੀਂ ਇੱਕ ਦੂਸਰੇ ਨੂੰ ਸਪੇਸ ਵੀ ਦਿੰਨੇ ਆ, ਇੱਕ ਦੂਸਰੇ ਦੇ ਕੋਲ ਵੀ ਆ, ਹਰ ਵਕਤ ਕਵਿਤਾ 'ਚ ਜਿਉਂਦੇ ਆ। ਅਸੀਂ ਰੋਟੀ ਖਾਂਦੇ ਵੀ ਅਸੀਂ ਕਵਿਤਾ ਦੀ ਗੱਲ,
ਟੀਵੀ ਵੇਖਦੇ ਆ ਵੀ ਕਵਿਤਾ ਦੀ ਹਰ ਗੱਲ ਦੇ ਵਿੱਚ ਸਾਡੀ ਕੋਈ ਨਾ ਕੋਈ ਉਹਦੇ ਸਵਾਲ ਜਵਾਬ ਨਿਕਲਦੇ ਨੇ, ਡਿਸਕਸ਼ਨਸ ਨਿਕਲਦੀਆਂ। ਤੇ ਜਦੋਂ ਚੁੱਪ ਹੁੰਦੀ ਹੈ ਫਿਰ ਚੁੱਪ ਹੁੰਦੀ, ਚੁੱਪ ਵੀ ਕਵਿਤਾ ਵਰਗੀ ਹੁੰਦੀ ਹੈ। ਫਿਰ ਅਸੀਂ ਚੁੱਪ ਕਰਕੇ ਆਪੋ ਆਪਣੀਆਂ ਡਾਇਰੀਆਂ ਫੜਦੇ ਹਾਂ ਤੇ ਆਪਣੇ ਆਪਣੇ ਜੋ ਸਾਡੇ ਮਨ ਚ ਆਉਂਦਾ ਲਿਖਦੇ ਹਾਂ। ਕਵਿਤਾ ਦੇ ਨਾਲ ਕਵੀ ਦਾ ਮਤਲਬ ਕਿਸ ਤਰ੍ਹਾਂ ਦਾ ਰਿਸ਼ਤਾ ਹੋਣਾ ਚਾਹੀਦਾ, ਜਾਂ ਵਿਪਨ ਦਾ ਮਤਲਬ ਰਿਸ਼ਤਾ ਕਿੱਦਾਂ ਦਾ ਵਾ ਕਵਿਤਾ ਦੇ ਨਾਲ? ਵਿਸ਼ਾਲ, ਅਸੀਂ ਇਹ ਕਿਵੇਂ ਆਪਣੇ ਆਪ ਤੇ ਸਿਰਜ ਨਹੀਂ ਸਕਦੇ ਨਾ ਕਿ ਮੈਂ ਕਿਸੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਬਣਾਉਣਾ ਹੈ। ਇਹ ਸਾਹਮਣੇ ਵਾਲੀ ਚੀਜ਼ ਵੀ ਤੇ ਉਹਦਾ ਵੀ ਤੇ ਹੱਥ ਹੁੰਦਾ ਹੈ ਨਾ। ਕਵਿਤਾ ਨੇ ਮੈਨੂੰ ਇੰਨਾ ਕੁ ਪਿਆਰਾ ਹੱਥ ਦਿੱਤਾ ਹੈ ਆਪਣਾ ਕਿ ਮੇਰਾ ਉਹਦੇ ਨਾਲ ਰਿਸ਼ਤਾ ਟੁੱਟ ਹੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਮੇਰਾ ਭੁਪਿੰਦਰ ਨਾਲ ਹੈ। ਉਹਦੇ ਤੋਂ ਹੀ ਮੇਰੀ ਕਵਿਤਾ ਦਾ ਆਗਾਜ਼ ਹੋਇਆ। ਉਹਨੇ ਮੈਨੂੰ ਇੱਕ ਸਪੇਸ ਦਿੱਤਾ, ਉਹਨੇ ਮੈਨੂੰ ਮੇਰੇ ਜੀਵਨ ਦੇ ਵਿੱਚ ਉਭਾਰਿਆ ਕਿ ਮੈਂ ਕੰਮ ਕਰਾਂ, ਆਪਣਾ ਪੜ੍ਹਾਂ ਲਿਖਾਂ ਆਪਣਾ ਕੰਮ। ਉਹਨੇ ਮੈਨੂੰ ਜਿਹੜੀ ਹੋ ਸਕਦਾ ਸਾਡੇ ਸੋਸ਼ਲ ਅਸੀਂ ਬਹੁਤ ਦਾਇਰੇ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਕਿ ਬਹੁਤ ਅਸੀਂ ਕਵਿਤਰੀਆਂ ਨੂੰ ਸੁਣਿਆ ਵੀ ਹੋਏਗਾ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਉਹ ਚੀਜ਼ ਨਹੀਂ ਮਿਲੀ, ਉਹਨਾਂ ਨੂੰ ਪੜ੍ਹਨ ਲਿਖਣ ਦਾ ਮਾਹੌਲ ਨਹੀਂ ਦਿੱਤਾ ਗਿਆ ਜਾਂ ਕਿਸ ਤਰ੍ਹਾਂ। ਇਹ ਚੀਜ਼ਾਂ ਮੈਨੂੰ ਭੁਪਿੰਦਰ ਦੇ ਥਰੂ ਮਿਲੀਆਂ। ਉਹਨਾਂ ਨੂੰ ਜਿਵੇਂ ਕਹਿੰਦੇ ਕਿ ਪੱਥਰ ਪੁੱਟਿਆ ਗਿਆ ਤੇ ਝਰਨਾ ਫੁੱਟ ਪਿਆ, ਭੁਪਿੰਦਰ ਨੇ ਉਹ ਪੱਥਰ ਚੁੱਕਿਆ। ਉਸ ਤੋਂ ਬਾਅਦ ਉਹ ਜਿਹੜੀ ਕਵਿਤਾ ਦਾ ਸਪੇਸ ਸਾਡਾ ਬਣਿਆ, ਸਾਡੀ ਕਵਿਤਾ ਦਾ ਜਿਹੜਾ ਕੰਮ ਵਧੀਆ, ਅਸੀਂ ਇੱਕ ਦੂਜੇ ਦੇ ਨਾਲ ਕਵਿਤਾ ਜੁੜਨੇ ਆ ਤੇ ਕਵਿਤਾ ਹੀ ਬਸ ਸਾਡੀ ਦੋਵਾਂ ਦਾ ਮੇਨ ਹੈਗਾ। ਵਿਪਨ ਨੂੰ ਕਵਿਤਾ ਜਿਹੜੀ ਆ ਉਹ ਕਦੋਂ ਮਿਲਦੀ ਆ? ਜੇ ਆਪਾਂ ਸਿਰਜਣ ਪ੍ਰਕਿਰਿਆ ਦੀ ਗੱਲ ਕਰ ਲਈਏ, ਕਿਸ ਪ੍ਰੋਸੈਸ ਚੋਂ ਲੰਘ ਕੇ ਕਵਿਤਾ ਮਿਲਦੀ ਆ ਤੇ ਕਵਿਤਾ ਨੂੰ ਮਿਲ ਕੇ ਕਿੱਦਾਂ ਲੱਗਦਾ? ਰੂਮੀ ਦੇ ਸ਼ਬਦ ਹੈ ਨਾ ਕਿ ਜਦੋਂ ਜ਼ਖਮ ਖੁੱਲਾ ਹੋਵੇ ਤੇ ਰੋਸ਼ਨੀ ਉਹਦੇ ਚ ਪ੍ਰਵੇਸ਼ ਕਰਦੀ ਹੈ, ਉਸੇ ਜ਼ਖਮ ਚੋਂ ਮੇਰੀ ਕਵਿਤਾ ਬਾਹਰ ਆਉਂਦੀ ਹੈ। ਜ਼ਖਮ ਕੋਈ ਇਹ ਤੇ ਨਹੀਂ ਹੁੰਦਾ ਕਿ ਕੋਈ ਵੀ, ਮੈਂ ਖੁਦ ਵੀ ਆਪਣੇ ਆਪ ਨਾਲ ਠੇਡਾ ਖਾ ਸਕਦੀ ਹਾਂ। ਜਦੋਂ ਮੈਂ ਉਦਾਸ ਹੁੰਦੀ ਆ ਜਾਂ ਮੇਰੇ ਅੰਦਰ ਸਵਾਲ ਆਉਂਦੇ ਨੇ ਜਾਂ ਮੈਨੂੰ ਆਪਣੀ ਤਲਾਸ਼ ਹੁੰਦੀ ਆ, ਮੇਰੇ ਅੰਦਰ ਸਵਾਲਾਂ ਦਾ ਬਵੰਡਰ ਖੜਾ ਹੁੰਦਾ ਹੈ, ਉਦੋਂ ਫਿਰ ਕਵਿਤਾ ਹੀ ਹੁੰਦੀ ਹੈ ਜਿਹੜੀ ਮੈਨੂੰ ਉਹਨਾਂ ਸਵਾਲਾਂ ਦੇ ਜਵਾਬ ਵੀ ਦਿੰਦੀ ਹੈ ਤੇ ਮੈਨੂੰ ਸ਼ਾਂਤ ਵੀ ਕਰਦੀ। ਨਹੀਂ ਦੇਖੋ, ਜਿੱਦਾਂ ਕਿ ਆਪਾਂ ਬੜੇ ਕਰੀਬ ਸਾਰੇ ਕੋਈ ਕਰੀਬ 40 ਸਾਲ ਤੋਂ ਆਪਾਂ ਅੱਛੇ ਦੋਸਤ ਹਾਂ ਸਾਰੇ। ਭੁਪਿੰਦਰ, ਜੋਤੀ, ਅਮਿਤ, ਸ਼ੇਖਰ, ਆਸੀ ਸਾਡੇ ਵਿਚਕਾਰ ਨਹੀਂ ਰਿਹਾ, ਅਮਿਤ ਸਾਡੇ ਵਿਚਕਾਰ ਨਹੀਂ ਰਿਹਾ, ਤਨਵੀਰ ਆ, ਸ਼ਿਵਦੀਪ ਆ, ਹਨਾ, ਸਾਰੇ ਆਪਾਂ ਦੋਸਤ ਆ। ਹੁਣ ਜਿੱਦਾਂ ਕਿ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਵਿਪਨ ਨੇ ਹੁਣੇ ਕਿ ਕਿੰਨਾ ਵਧੀਆ ਮਾਹੌਲ ਹੁੰਦਾ ਭੁਪਿੰਦਰ ਦੇ ਨਾਲ, ਫਿਰ ਜਿਹੜੀ ਉਦਾਸੀ ਆ, ਮਤਲਬ ਜਿੱਦਾਂ ਤੁਸੀਂ ਹੁਣੇ ਹੀ ਉਦਾਸੀ ਦੀ ਗੱਲ ਕੀਤੀ ਆ, ਉਹ ਕਿਹੜੀ ਉਦਾਸੀ ਆ? ਇਹ ਉਦਾਸੀ ਵਿਸ਼ਾਲ ਕੋਈ ਵੀ ਨਹੀਂ ਦੇ ਸਕਦਾ ਕਿਸੇ ਨੂੰ। ਮੈਂ ਕਿਸ ਤਰ੍ਹਾਂ ਦੀ ਹੈਗੀ ਆ, ਮੈਂ ਕਿਵੇਂ ਦੀ, ਮੈਨੂੰ ਕੀ ਚਾਹੀਦਾ ਹੈ, ਹਨਾ। ਮੇਰੀ ਇੱਕ ਨੇਚਰ ਦਾ ਹਿੱਸਾ ਹੋ ਸਕਦਾ ਕਿ ਮੈਂ ਉਹਨਾਂ ਪਲਾਂ ਨੂੰ, ਹੋ ਸਕਦਾ ਮੈਂ ਉਦਾਸੀ ਨੂੰ ਜ਼ਿਆਦਾ ਇੰਜੋਏ ਕਰਦੀ ਹੋਵਾਂ ਤੇ ਉਹ ਮੇਰੇ ਜੀਵਨ, ਮੇਰੀ ਆਪਣੀ ਨੇਚਰ ਦਾ ਹਿੱਸਾ ਬਣ ਗਿਆ ਹੋਵੇ ਜਾਂ ਮੇਰੀ ਕਵਿਤਾ ਦੀ ਨੇਚਰ ਬਣ ਗਈ ਹੋਵੇ ਉਹ ਚੀਜ਼। ਆਪਣੀ ਜਿਹੜੀ ਹੋਂਦ ਆ, ਮਤਲਬ ਕਿਤੇ ਉਹਦੀ ਤਲਾਸ਼ ਤਾਂ ਨਹੀਂ ਹੈਗੀ ਕਿਤੇ ਜਿਹੜੀ ਵਿਪਨ ਦੇ ਅੰਦਰ ਔਰਤ ਬੈਠੀ ਆ ਜਾਂ ਵਿਪਨ ਦੇ ਅੰਦਰ ਜਿਹੜਾ ਕਵੀ ਬੈਠਾ ਵਾ, ਕਿਤੇ ਉਹਨੂੰ ਮਤਲਬ ਕਿਤੇ ਖਤਰਾ ਪੈਦਾ ਹੋ ਰਿਹਾ ਘਰ ਦੇ ਰਿਸ਼ਤਿਆਂ ਤੋਂ, ਉਹਦੇ ਕਰਕੇ ਉਦਾਸੀ ਕਿਤੇ ਆਉਂਦੀ ਕਿ ਉਦਾਸੀ ਦਾ ਆਲਮ ਜਿਹੜਾ ਵਾ ਵੈਸੇ ਹੀ ਆ ਜਾਂਦਾ? ਨਹੀਂ, ਮੈਨੂੰ ਆਪਣੇ ਘਰ ਤੋਂ ਤੇ ਕਦੀ ਵੀ ਇਹੋ ਜਿਹੀ ਕੋਈ ਗੱਲ ਨਾ ਮੇਰੇ ਪਿੱਛੋਂ ਨਾ ਇਧਰੋਂ ਕਦੀ ਵੀ ਨਹੀਂ ਇਹ ਚੀਜ਼ ਮੈਨੂੰ ਹੋਈ ਕਿ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਅਬਸਟੈਕਟ ਕੋਈ ਰੁਕਾਵਟ ਹੋਵੇ, ਕੋਈ ਮੈਨੂੰ ਕੋਈ ਕਵੇ, ਕੋਈ ਕੁਛ, ਇਹ ਚੀਜ਼ਾਂ ਨਹੀਂ ਆ। ਬਸ ਮੈਂ ਥੋੜੀ ਸੈਂਸਿਟਿਵ ਹੈਗੀ ਆ, ਆਪਣੇ ਆਪ ਨਾਲ ਹੀ ਹਮੇਸ਼ਾ ਟਕਰਾ ਜਾਂਦੀ, ਹੋਰ ਨਹੀਂ ਕੋਈ ਗੱਲ ਹੀ। ਮੈਨੂੰ ਮੇਰੇ ਆਪਣੇ ਹੀ ਸਵਾਲ, ਮੈਂ ਕੁਝ ਵੀ, ਮੈਨੂੰ ਕੋਈ ਵੀ ਚੀਜ਼, ਕੋਈ ਵੀ ਸੈਂਸਿਟਿਵ, ਕੋਈ ਵੀ ਸੰਵੇਦਨਾ ਮੈਨੂੰ ਜਦੋਂ ਹਿਲਾ ਦਿੰਦੀ ਹੈ ਤੇ ਫਿਰ ਮੈਂ ਬੜੀ ਆਪਣੇ ਅੰਦਰ ਡੂੰਘੀ ਜਾਂਦੀ ਹਾਂ, ਮੈਂ ਚੁੱਪ ਹੁੰਦੀ ਹਾਂ। ਮੇਰੇ ਕੋਲ ਬਹੁਤਾ ਬੋਲਿਆ ਨਹੀਂ ਜਾਂਦਾ, ਫਿਰ ਉਹਨੂੰ ਨਾ ਮੇਰੇ ਕੋਲ ਬਹੁਤਾ ਲੜਿਆ ਜਾਂਦਾ ਹੈ। ਮੇਰੀਆਂ ਆਪਣੇ ਆਪ ਨਾਲ ਬਹੁਤ ਲੜਾਈਆਂ ਹੋਣਗੀਆਂ, ਮੇਰੀਆਂ ਕਿਸੇ ਦੂਸਰੇ ਨਾਲ ਤੇ ਹੁੰਦੀਆਂ ਹੀ ਹੁੰਦੀਆਂ ਨੇ, ਪਰ ਮੈਂ ਉਦੋਂ ਫਿਰ ਜਦੋਂ ਤੇ ਲੜਨਾ ਹੁੰਦਾ ਉਦੋਂ ਅਸੀਂ ਕਿੱਥੇ ਹੁੰਦੇ ਆ, ਆਪ ਖੁਦ ਤੇ ਹੁੰਦੇ ਹਾਂ ਜਦੋਂ ਲੜਦੇ ਹਾਂ। ਮੈਂ ਦੋਨੇ ਕਿਤਾਬਾਂ ਪੜ੍ਹੀਆਂ ਵਾ, ਤੁਹਾਡੀ ਗਾਹੇ ਬਗਾਹੇ ਕਵਿਤਾ ਵੀ ਸੁਣੀ ਆ। ਤੁਹਾਡੀ ਜਿੰਨੀ ਪੋਇਟਰੀ ਆ ਜਿਹੜੀ ਵੀ ਤੁਸੀਂ ਲਿਖੀ ਇਹਨਾਂ ਦੋਨਾਂ ਕਿਤਾਬਾਂ ਦੇ ਵਿੱਚ, ਐਬਸਟ੍ਰੈਕਟ ਪੋਇਟਰੀ ਹੈ ਸਾਰੀ ਬਹੁਤ, ਕਿਉਂਕਿ ਮੈਂ ਅਜਿਹੀ ਕਵਿਤਾ ਦਾ ਤੇ ਆਪ ਫੈਨ ਆ, ਭਾਵੇਂ ਮੈਂ ਇੰਨਾ ਡੂੰਘਾ ਜਾ ਕੇ ਲਿਖ ਨਹੀਂ ਪਾਉਂਦਾ, ਪਰ ਇਹ ਕਵਿਤਾ ਮੈਨੂੰ, ਮੈਂ ਇਸ ਕਵਿਤਾ ਦਾ ਪਾਠਕ ਆ। ਇਹਦੇ 'ਚ ਬਹੁਤ ਸਾਰੇ ਕਵੀ ਆਪਣੇ ਆਉਂਦੇ ਆ। ਹੁਣ ਤੁਹਾਡੀ ਕਵਿਤਾ ਦੇ ਵਿੱਚ ਇੰਨਾ ਕਿਤੇ ਕੋਈ ਫਾਲਤੂ ਲਫ਼ਜ਼ ਨਹੀਂ ਹੁੰਦਾ, ਮਤਲਬ ਜਦੋਂ ਉਹਨੂੰ ਪੇਪਰ ਤੇ ਆਪਾਂ ਪੜ੍ਹ ਰਹੇ ਹਾਂ ਜਾਂ ਦੇਖ ਰਹੇ ਹਾਂ, ਕਿਤੇ ਕੋਈ ਫਾਲਤੂ ਲਫ਼ਜ਼ ਹੈ ਨਹੀਂ ਉਹਦੇ ਵਿੱਚ, ਕੋਈ ਵਾਧੂ ਕੁਛ ਨਹੀਂ ਪਿਆ ਹੋਇਆ, ਬੜਾ ਕੱਸਿਆ ਜਿਹਾ ਸਾਰਾ ਕੁਝ, ਕੱਸ ਪਈ ਹੋਈ ਕਵਿਤਾ ਨੂੰ। ਇਹ ਹੁਨਰ ਜਿਹੜਾ ਮਤਲਬ ਬਹੁਤ ਘੱਟ ਕਵੀਆਂ 'ਚ ਹੁੰਦਾ, ਇਹ ਹੁਨਰ ਜਿਹੜਾ ਇਹ ਕਿੱਥੋਂ ਸਿੱਖਿਆ ਸਾਰਾ ਕੁਝ ਇੰਨਾ ਖੂਬਸੂਰਤ ਕਵਿਤਾ?
ਪਤਾ ਨਹੀਂ, ਇਹ ਮੈਂ ਕੁਝ ਇਸ ਤਰ੍ਹਾਂ ਕਹਿ ਨਹੀਂ ਸਕਦੀ, ਪਰ ਮੈਂ ਜੇ ਕਿਸੇ ਦਾ ਨਾਮ ਲੈਣਾ ਹੋਵੇ ਤੇ ਫਿਰ ਮੈਂ ਡਾਕਟਰ ਅਮਰੀਸ਼ ਦਾ ਨਾਮ ਲਵਾਂਗੀ। ਮੈਂ ਉਹਨਾਂ ਤੋਂ ਬਹੁਤ ਸਿੱਖਿਆ ਇਹ ਚੀਜ਼ਾਂ ਕਿ ਕਵਿਤਾ ਨੂੰ ਇੱਕ ਉਹਨਾਂ ਨੇ ਉਹ ਜਿਹੜੀਆਂ ਸਾਡੇ ਨਾਲ ਗੱਲਾਂ ਹੁੰਦੀਆਂ ਨੇ, ਜਿਹੜੀਆਂ ਡਿਸਕਸ਼ਨਸ ਸਾਡੇ ਸਾਰੇ ਦੋਸਤ ਅਸੀਂ ਇਕੱਠੇ ਕਰਦੇ ਆ, ਉਹ ਹਰ ਗੱਲ ਦੇ ਵਿੱਚ ਨਿੱਕੀ ਬਰੀਕ ਤੋਂ ਬਰੀਕ ਗੱਲ ਵੀ ਜਿਹੜੀ ਹੈਗੀ ਨਾ, ਉਹਨਾਂ ਦੀ ਕੋਈ ਵੀ ਸ਼ਬਦ ਫਾਲਤੂ ਨਹੀਂ, ਕੋਈ ਭਾਰਾ ਨਹੀਂ, ਕੋਈ ਕੁਛ ਨਹੀਂ, ਇਹ ਚੀਜ਼ਾਂ ਉਹਨਾਂ ਤੋਂ ਹੀ ਸਿੱਖੀਆਂ ਜੀ। ਇਸ ਲਈ ਮੈਂ ਉਹਨਾਂ ਨੂੰ ਆਪਣਾ ਕਦੀ ਕਦੀ ਮੈਂਟਰ ਵੀ ਕਹਿ ਦਿੰਦੀ ਆ ਕਿ ਹੈ ਹੀ ਨਹੀਂ, ਕਦੀ ਕਦੀ ਕਿ ਹਮੇਸ਼ਾ ਹੀ ਕਵਾਂਗੀ। ਮੈਨੂੰ ਪ੍ਰਾਊਡ ਹੈ ਇਸ ਗੱਲ ਤੇ ਕਿ ਮੈਂ ਇਹ ਚੀਜ਼ ਜੇ ਮੈਂ ਕਹਿਣਾ ਹੋਵੇ ਤੇ ਮੈਂ ਉਹਨਾਂ ਤੋਂ ਸਿੱਖੀ। ਬਾਕੀ ਇਹ ਵਾ ਕਿ ਜਦੋਂ ਅਸੀਂ ਚੱਲਦੇ, ਮੈਂ ਪੜ੍ਹਦੀ ਹਾਂ ਬਹੁਤ ਸਾਰੀਆਂ ਕਵਿਤਾਵਾਂ, ਕਿਤਾਬਾਂ ਨੇ ਸਾਡੇ ਕੋਲ ਜਿਹੜੀਆਂ ਵਰਲਡ ਪੋਇਟਰੀ ਹੈ, ਹਿੰਦੀ ਪੋਇਟਰੀ ਹੈ। ਸਭ ਤੋਂ ਪਹਿਲਾਂ ਮੈਨੂੰ ਦੇਵਨੀਤ ਨੇ ਫਰਨਾਂਡੋ ਪੇਸੋ ਦੀ ਬੁੱਕ ਜਿਹੜੀ ਹੈਗੀ ਸੀ ਪ੍ਰਿਥਵੀ ਕੀ ਸਾਰੀ ਖਾਮੋਸ਼ੀ, ਫੋਟੋ ਸਟੇਟ ਕਰਵਾ ਕੇ ਉਹ ਦਿੱਤੀ ਸੀ। ਉਹਦੇ ਉੱਪਰ ਉਹਨੇ 4 ਲਾਈਨਾਂ ਵੀ ਮੇਰੇ ਬਾਰੇ ਤੇ ਭੁਪਿੰਦਰ ਬਾਰੇ ਲਿਖੀਆਂ ਸੀ। ਉਸ ਬੁੱਕ ਤੋਂ ਬਾਅਦ ਜਿਹੜਾ ਇਹ ਚੀਜ਼ ਮੈਂ ਜੇ ਕਹਾਂ ਨਾ ਕਿ ਜੇ ਮੇਰੇ ਅੰਦਰ ਜਿੱਥੋਂ ਇਹ ਚੀਜ਼ ਸ਼ੁਰੂ ਹੋਈ ਹੈ, ਮੈਂ ਉਸ ਬੁੱਕ ਦਾ ਜ਼ਰੂਰ ਇਹਦੇ ਵਿੱਚ ਦੇਵਨੀਤ ਦੀ ਉਹ ਬੁੱਕ ਦਾ ਦੇਣਾ ਮੇਰੇ ਲਈ ਬਹੁਤ ਇੰਪੋਰਟੈਂਟ ਸੀ। ਉਦੋਂ ਤੋਂ ਇਹ ਚੀਜ਼ ਸ਼ੁਰੂ ਹੋਈ ਹੈ। ਉਸ ਤੋਂ ਬਾਅਦ ਮੈਂ ਇਹ ਚੀਜ਼ਾਂ ਸਮਝਣੀਆਂ ਸ਼ੁਰੂ ਕੀਤੀਆਂ। ਇਹ ਵਿਪਨ ਜੀ ਠੀਕ ਆ। ਹਾਂ, ਮਤਲਬ ਕਿਸੇ ਨਾ ਕਿਸੇ ਕਿਤਾਬ ਦਾ, ਕਿਸੇ ਨਾ ਦੋਸਤ ਦਾ, ਕਿਸੇ ਕਵਿਤਾ ਦਾ ਪ੍ਰਭਾਵ ਹਮੇਸ਼ਾ ਹੀ ਰਿਹਾ ਹੀ ਹੁੰਦਾ ਵਾ, ਤੇ ਉਹ ਆਪਣੇ ਆਪ ਨੂੰ ਇਸ ਮੁਕਾਮ ਤੱਕ ਲੈ ਕੇ ਜਾਂਦਾ, ਤੁਹਾਡਾ ਆਈਡੀਅਲ ਹੁੰਦਾ। ਹੁਣ ਵਿਸ਼ਵ ਕਵੀਆਂ ਦੀ ਤੁਸੀਂ ਗੱਲ ਕੀਤੀ, ਵਿਸ਼ਵ ਕਵਿਤਾ ਦੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਮੈਂ ਉਹਦੀ ਕਿਤਾਬ ਪੜ੍ਹੀ। ਕੁਝ ਵਿਸ਼ਵ ਕਵੀਆਂ ਦੇ ਨਾਂ ਲੈਣਾ ਚਾਹੋਗੇ ਜਿਨ੍ਹਾਂ ਨੂੰ ਤੁਸੀਂ ਤੁਹਾਡੇ ਆਈਡੀਅਲ ਹੋਣ, ਜਿਨ੍ਹਾਂ ਨੂੰ ਤੁਸੀਂ ਪੜ੍ਹਿਆ ਹੋਵੇ? ਮੈਨੂੰ ਤੇ ਵਿਸ਼ਵ ਕਵਿਤਾ ਪੜ੍ਹ ਕੇ ਹੀ ਜ਼ਿਆਦਾ ਮਜ਼ਾ ਆਉਂਦਾ ਹੈ। ਉਹਨਾਂ ਵਿੱਚ ਵਿਸ਼ਵਾਵਾ ਸ਼ਿੰਬੋਲਸਕਰ ਹੈ, ਇਮਾਨ ਮਰਸ਼ਲ ਹੈ, ਤੋਮਾਸ ਤੋਮਰ ਹੈਗਾ, ਇਸ ਤਰ੍ਹਾਂ ਮਿਲੇਸ਼ ਹੈ, ਔਰ ਤੇਜੀ ਰੁਸਤਮ ਤੇ ਹਿੰਦੀ ਦੇ ਜਿਹੜੇ ਉਹ ਮੈਨੂੰ ਬਹੁਤ ਪਸੰਦ ਨੇ। ਪਾਰੁਲ ਪੁਖਰਾਜ ਹੈ ਹਿੰਦੀ ਦੀ, ਇਸ ਤਰ੍ਹਾਂ ਉਦੈਨ ਵਾਜਪਾਈ ਦੀ ਪਾਗਲ ਗਣਿਤਗੀ ਕੀ ਕਿਤਾਬ। ਇਹ ਕੁਝ ਕਿਤਾਬਾਂ ਹੈਗੀਆਂ ਜਿਨ੍ਹਾਂ ਨੇ, ਅਨਿਰੁੱਧ ਉਮਟ ਹੈਗਾ, ਉਹਨਾਂ ਨੇ ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਮੇਰੇ ਅੰਦਰ ਬਹੁਤ ਚੇਂਜਸ ਆਈਆਂ। ਜਾਂ ਮੇਰੇ ਅੰਦਰ ਮੈਨੂੰ ਜਿਹੜਾ ਆਪਣੇ ਅੰਦਰ ਜਿਹੜੀਆਂ ਸਹੀ ਮਾਇਨੇ ਦੇ ਵਿੱਚ ਕਵਿਤਾ ਦਾ ਇੱਕ ਨਵਾਂ ਮੁਹਾਂਦਰਾ ਜਾਂ ਨਵਾਂ ਰੂਪ ਮੈਨੂੰ ਆਪਣੇ ਅੰਦਰ ਜਿਹੜਾ ਬਣਦਾ ਹੈ ਜਾਂ ਮੈਨੂੰ ਮਿਲਦਾ ਹੈ, ਉਹ ਇਹਨਾਂ ਕਿਤਾਬਾਂ ਤੋਂ ਜ਼ਿਆਦਾ ਮਿਲਦਾ ਹੈ। ਨਹੀਂ, ਫਿਰ ਜਿਸ ਤਰ੍ਹਾਂ ਠੀਕ ਆ, ਜਿਹੜੇ ਤੁਸੀਂ ਕਵੀਆਂ ਦੇ ਨਾਂ ਲਏ ਵਿਸ਼ਵ ਪੱਧਰ ਦੇ ਵਾਕਈ ਹੈਗੇ ਆ, ਤੇ ਆਪਾਂ ਪੰਜਾਬੀ ਵਿੱਚ ਕੋਈ ਕਵੀ ਨਹੀਂ ਹੈ ਜਿਨ੍ਹਾਂ ਦੇ ਆਪਾਂ ਨਾਂ ਲੈ ਸਕਦੇ ਹਾਂ ਇਸੇ ਤਰ੍ਹਾਂ, ਇੰਨੀ ਖੁੱਲ੍ਹ ਨਾਲ ਨਾਂ ਲੈ ਸਕਦੇ ਆਪਾਂ? ਬਿਲਕੁਲ ਲੈ ਸਕਦੇ ਹਾਂ। ਮਸਲਨ ਗੁਰਪ੍ਰੀਤ ਦੀ ਕਵਿਤਾ ਮੈਨੂੰ ਬਹੁਤ ਪਸੰਦ ਹੈ, ਅਜਮੇਰ ਰੋਡੇ ਦੀ ਕਵਿਤਾ ਬਹੁਤ ਪਸੰਦ ਹੈ, ਭੁਪਿੰਦਰ ਪ੍ਰੀਤ ਦੀ ਕਵਿਤਾ ਪਸੰਦ ਹੈ, ਅਮਰੀਸ਼ ਨੇ, ਔਰ ਇਸ ਤਰ੍ਹਾਂ ਇੱਕਦਮ ਹੁਣ ਯਾਦ ਵੀ ਨਹੀਂ ਆਨੇ, ਦੇਵਨੀਤ ਨੇ। ਤੁਸੀਂ ਇਹ ਦੱਸੋ ਕਿ ਭੁਪਿੰਦਰ ਪ੍ਰੀਤ ਪਹਿਲਾਂ ਆਇਆ ਸੀ ਕਿ ਕਵਿਤਾ ਪਹਿਲਾਂ ਆਈ ਸੀਗੀ? ਭੁਪਿੰਦਰ ਪ੍ਰੀਤ ਪਹਿਲਾਂ ਆਇਆ ਸੀ, ਕਿਉਂਕਿ ਉਸ ਤੋਂ ਪਹਿਲਾਂ, ਉਹਦੇ ਆਉਣ ਤੋਂ ਪਹਿਲਾਂ ਤੱਕ ਮੇਰੇ ਕੋਲ ਕੋਈ ਇਹੋ ਜਿਹੀ ਗੱਲ ਨਹੀਂ ਸੀ। ਮੈਨੂੰ ਸਿੰਪਲ ਜੇ ਮੇਰੇ ਮੰਮੀ ਪਾਪਾ ਸਭ ਅਸੀਂ ਸਿੰਪਲ ਜੇ ਲੋਕ ਨੇ, ਠੀਕ ਹੈ। ਸਿੰਪਲ ਇਹ ਨਹੀਂ ਕਿ ਸਿੰਪਲ, ਔਰ ਇਹ ਮੈਂ ਨਹੀਂ ਕਹਿ ਸਕਦੀ ਕਿ ਮਤਲਬ ਕਿ ਉਹਨਾਂ ਦੇ ਵਿੱਚ ਉਹੋ ਜਿਹੀ ਕੋਈ ਗੱਲ ਨਹੀਂ ਆ। ਮੇਰੇ ਡੈਡੀ ਆਰਟਿਸਟ ਨੇ, ਉਹਨਾਂ ਦੀ ਆਪਣੀ ਹੈਗੀ ਆ ਫੈਕਟਰੀ ਹੈ ਸ਼ਤਰੰਜ ਦੀ, ਜਿਹਦੇ ਵਿੱਚ ਉਹਨਾਂ ਨੇ ਬੜਾ, ਉਹਨਾਂ ਦਾ ਆਪਣੀ ਤਰ੍ਹਾਂ ਦਾ ਹੁਨਰ ਹੈ, ਉਹ ਵੀ ਇੱਕ ਸਿਰਜਣਾ ਹੀ ਆ। ਪਰ ਜੇ ਸ਼ਬਦਾਂ ਦੀ ਗੱਲ ਕਰੋ ਤੇ ਸ਼ਬਦ ਤੇ ਮੈਨੂੰ ਭੁਪਿੰਦਰ ਤੋਂ ਹੀ ਮਿਲਣਗੇ, ਉਹਦੇ ਨਾਲ ਹੀ। ਤੁਹਾਡੀਆਂ 2 ਕਿਤਾਬਾਂ ਆਈਆਂ, ਰਫੂਗਰ ਤੇ ਜਨਮ। ਇਹਨਾਂ ਦੋਵਾਂ ਕਿਤਾਬਾਂ ਦੇ ਵਿੱਚ ਮਤਲਬ ਜਦੋਂ ਖੁਦ ਤੁਸੀਂ ਨਿਰੀਖਣ ਕਰਦੇ ਆ ਆਪ, ਮਤਲਬ ਤੁਹਾਨੂੰ ਕੋਈ ਡਿਫਰੈਂਟ ਲੱਗਦਾ ਤੁਹਾਡੀ ਪੋਇਟਰੀ ਦਾ? ਹੁਣ ਜਿਹੜੀ ਮੇਰੀ ਤੀਸਰੀ ਕਿਤਾਬ ਆ ਰਹੀ ਹੈ, ਫਿਰ ਮੈਨੂੰ ਉਹਦੀ ਵੀ ਗੱਲ ਕਰਨੀ ਪੈਣੀ ਹੈ। ਫੇਜ਼ਸ ਹੀ ਆ ਨਾ, ਜਿਹੜੇ ਫੇਜ਼ ਚੋਂ ਅਸੀਂ ਨਿਕਲਦੇ ਆ, ਉਹ ਫੇਜ਼ਸ ਦੇ ਅਨੁਸਾਰ ਆਪਣੇ ਆਪ ਸ਼ਬਦ ਆਪਣਾ ਰੂਪ ਲਈ ਜਾਂਦੇ ਨੇ, ਕਵਿਤਾ ਆਪਣਾ ਰੂਪ ਧਾਰਨ ਕਰੀ ਜਾਂਦੀ ਹੈ। ਤੇ ਉਹ ਬਸ ਉਹਨਾਂ ਨੂੰ ਮੈਂ ਸੈਂਪਲ ਹੀ ਕੀਤਾ ਵਾ ਉਹਨਾਂ ਪਲਾਂ ਨੂੰ। ਇਹ ਮੇਰੀ ਸਮਝ ਲਓ ਤੁਸੀਂ, ਕਵਿਤਾ ਵੀ ਇੱਕ ਹਿਸਾਬ ਨਾਲ ਆਟੋਬਾਇਓਗ੍ਰਾਫੀ ਹੋ ਸਕਦੀ ਹੈ। ਆਟੋਬਾਇਓਗ੍ਰਾਫੀ ਤੇ ਨਹੀਂ ਕਹਿ ਸਕਦੇ, ਸਮਥਿੰਗ ਇਸ ਤਰ੍ਹਾਂ ਕਿ ਜਿਹੜੀਆਂ ਜੋ ਵੀ ਮੈਂ ਫੀਲ ਕਰਤਾ, ਜਿਵੇਂ ਜੋ ਸੀ ਚੱਲਦਾ ਰਿਹਾ, ਉਸ ਤਰ੍ਹਾਂ ਮੈਂ ਲਿਖੀ ਗਈ, ਉਸ ਤਰ੍ਹਾਂ ਆ ਗਿਆ। ਹੁਣ ਜੇ ਮੈਂ ਇਹਨਾਂ ਨੂੰ ਐਨਾਲਾਈਜ਼ ਕਰਨਾ ਹੋਵੇ ਤੇ ਮੈਂ ਐਨਾਲਾਈਜ਼ ਨਹੀਂ ਕਰਦੀ, ਮੈਂ ਕਵਿਤਾ ਨੂੰ ਸਿਰਫ ਕਵਿਤਾ ਪੜ੍ਹਦੀ ਹਾਂ, ਆਪਣੀ ਵੀ ਕਵਿਤਾ ਨੂੰ ਮੈਂ ਮੰਨਦੀ ਹਾਂ। ਕਵਿਤਾ ਮੇਰੇ ਲਈ ਸਿਰਫ ਮੰਨਣ ਦੀ ਗੱਲ ਹੈਗੀ ਆ, ਨਾ ਕਿ ਮੈਂ ਸਿਰਫ ਉਹਨਾਂ ਦੇ ਵਿੱਚ ਜਾ ਕੇ ਦੁਬਾਰਾ ਤੇ ਕੋਖਾ ਪਰਖਾਂ ਕਰਾਂ। ਤੇ ਜੇ ਤੁਸੀਂ ਉਹ ਸਮਿਆਂ ਦੀ ਗੱਲ ਕਰਦੇ ਹੋ, ਉਸ ਟਾਈਮ ਦੀ, ਜਿਸ ਟਾਈਮ ਦੇ ਵਿੱਚ ਇਹ ਕਿਤਾਬਾਂ ਆਈਆਂ, ਤੇ ਉਹ ਤੁਹਾਨੂੰ ਮੈਂ ਕਹਿ ਸਕਦੀ ਹਾਂ ਕਿ ਉਹ ਜਿਵੇਂ ਜਿਹੜਾ ਫੇਜ਼ ਮੇਰੇ ਸਾਹਮਣੇ ਆਇਆ, ਉਂਝ ਮੈਂ ਜਿਵੇਂ ਲਿਖੀ ਗਈ, ਉਹ ਫਿਰ ਤੁਹਾਨੂੰ ਕਵਿਤਾ ਦੇ ਵਿੱਚ ਆਪੇ ਤੁਹਾਨੂੰ ਲੱਭਣਾ ਪਿਆ। ਮਤਲਬ ਸਲੋਗਨ ਤੇ ਕਵਿਤਾ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ? ਸਲੋਗਨ 'ਚ ਵੀ ਕਵਿਤਾ
ਕਵਿਤਾ ਪਈ ਹੋ ਸਕਦੀ ਹੈ। ਕਵਿਤਾ ਦੇ ਵਿੱਚ ਸਲੋਗਨ ਨਹੀਂ ਹੋ ਸਕਦਾ। ਮੈਂ ਨਹੀਂ ਸਮਝਦੀ। ਟਰੱਕਾਂ ਦੇ ਪਿੱਛੇ ਕਈ ਵਾਰੀ ਲਿਖੇ ਹੁੰਦੇ ਨਾ, ਬੜੇ ਅੱਛੇ ਕਈ ਵਾਰੀ ਹੁੰਦੇ ਨੇ, ਉਹਦੇ ਵਿੱਚ ਕਿਸੇ ਇੱਕ ਸ਼ਬਦ 'ਚ ਵੀ ਹੋ ਸਕਦੀ ਹੈ, ਕਿਸੇ ਇੱਕ ਸ਼ਬਦ 'ਚ, ਕਿਸੇ ਸਲੋਗਨ 'ਚ ਵੀ ਹੋ ਸਕਦੀ ਹੈ। ਕਵਿਤਾ ਜਿਹੜੀ ਮੈਂ ਜਦੋਂ ਤੱਕ ਮੈਂ ਸਮਝਦਾ ਵੀ ਦੋ ਕਿਸਮ ਦੀ ਕਵਿਤਾ ਵਾ, ਜਿਹੜੀ ਇੱਕ ਸਾਡੀ ਸਮਾਜ ਨਾਲ ਜੁੜੀ ਹੋਈ ਹੁੰਦੀ ਆ, ਇੱਕ ਜਿਹੜੀ ਬਿਲਕੁਲ ਨਿੱਜੀ ਅਨੁਭਵੀ ਆ, ਉਹ ਚੋਂ ਕੁਝ ਕਵੀ ਬਾਹਰ ਹੀ ਨਹੀਂ ਨਿਕਲਦੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਬਹੁਤ 99% ਸਮਾਜਿਕ ਹਾਂ। ਮੈਂ ਸਿਰਫ 1% ਕਵੀ ਹੁੰਦੀ ਹਾਂ। ਜਦੋਂ ਮੈਂ ਹੁੰਦੀ ਹਾਂ ਔਰ ਮੈਂ ਪੂਰੀ ਹੁੰਦੀ ਹਾਂ। ਤੇ ਜੇ ਤੁਸੀਂ ਇਹ ਕਹੋ ਕਿ ਕਿਸੇ ਕੋਈ ਵਾਦ ਨੂੰ ਲੈ ਕੇ ਗੱਲ ਕਰਨੀ ਆ ਜਾਂ ਸਮਾਜ ਦੇ ਵਿੱਚ ਜੋ ਚੱਲਦਾ, ਹੋ ਸਕਦਾ ਮੈਨੂੰ ਕੋਈ ਵੀ ਸਮਾਜਿਕ ਕੁਝ ਵੀ ਟੁੰਬ ਸਕਦਾ ਤੇ ਉਹਦੀ ਵੀ ਮੈਂ ਕਵਿਤਾ ਲਿਖ ਸਕਦੀ ਹਾਂ, ਉਹਦੀ ਵੀ ਕਵਿਤਾ ਦੇ ਰੂਪ ਵਿੱਚ ਮੇਰੇ ਤੱਕ ਆ ਸਕਦਾ। ਇਹ ਤਾਂ ਰਿਲੇਟਡ ਹੀ ਆ ਨਾ ਸਾਰਾ। ਅਸੀਂ ਸਮਾਜ 'ਚ ਰਹਿੰਦੇ ਤੇ ਮੈਂ ਸਮਾਜਿਕ ਹੋਣ ਤੋਂ ਤਾਂ ਮੁਨਕਰ ਕਰ ਹੀ ਨਹੀਂ ਸਕਦੀ ਆਪਣੇ ਆਪ ਨੂੰ। ਅੱਛਾ ਵਿਪਨ ਜੀ, ਆਪਾਂ ਲੋਕ ਲੇਖਕਾਂ ਕਵਿਤਾ ਨਾਲ ਜੁੜੇ ਹੋਏ ਜ਼ਿਆਦਾ ਸੈਂਸਿਟਿਵ ਆ, ਜ਼ਿਆਦਾ ਸਾਡੇ ਅੰਦਰ ਕੋਈ ਖੁਸ਼ੀ ਜਾਂ ਗਮੀ ਬੜੇ ਸ਼ੇਡਸ ਨਾਲ ਸਾਡੇ ਤੇ ਹਮਲਾ ਕਰਦੀਆਂ, ਇਹ ਖੁਸ਼ੀ ਗਮੀ। ਕੋਈ ਉਦਾਸੀ ਦਾ ਐਸਾ ਪਲ ਜਿਹੜਾ ਵਰੇ ਬੀਤ ਗਏ ਹੋਣ ਤੇ ਅੱਜ ਵੀ ਤੁਹਾਡੇ ਨਾਲ ਤੁਰਦਾ ਹੋਵੇ? ਉਦਾਸੀ ਤੇ ਅਸੀਂ ਇੱਕ ਦਿਨ ਦੇ ਵਿੱਚ ਕਈ ਪਲ ਸਾਡੇ ਉਦਾਸੀ ਦੇ ਵੀ ਲੰਘਦੇ ਨੇ, ਕਈ ਪਲ ਸਾਡੇ ਖੁਸ਼ੀ ਦੇ ਵੀ ਲੰਘਦੇ ਨੇ ਇੰਜ। ਤੇ ਪਰ ਇੱਕ ਜਿਹੜੀ ਚੀਜ਼ ਹਮੇਸ਼ਾ ਜਿਹੜੀ ਨਾਲ ਰਹਿੰਦੀ ਹੈ, ਜਿਹੜੀ ਦੁੱਖ ਦਿੰਦੀ ਰਹਿੰਦੀ ਹੈ, ਉਹ ਹੈਗੀ ਆ ਆਸੀ ਤੋਂ ਬਾਅਦ ਅਮਿਤ ਦੀ ਮੌਤ। ਕਿਉਂਕਿ ਇਹ ਚੀਜ਼ ਅਸੀਂ ਜਦੋਂ ਅਮਿਤ ਦੀ ਡੈਥ ਹੋਈ, ਅਸੀਂ ਐਕਚੁਅਲੀ ਨਾ ਬਚਪਨਾ ਸਾਡੇ ਅੰਦਰ ਉਦੋਂ ਵੀ ਬਹੁਤ ਸੀ। ਸਾਨੂੰ ਇਹ ਚੀਜ਼ਾਂ ਨਹੀਂ ਕਦੀ ਸੋਚੀਆਂ ਹੁੰਦੀਆਂ, ਬਚਪਨੇ ਦੀ ਗੱਲ ਨਹੀਂ ਹੁੰਦੀ। ਇਹ ਕਦੀ ਕਿਸੇ ਨੇ ਵੀ ਨਹੀਂ ਸੋਚਿਆ ਹੁੰਦਾ ਕਿ ਸਾਡਾ ਕਲੋਜ਼ ਜਿਹੜੇ ਨੇ ਸਾਡੇ ਦੋਸਤ ਆ, ਸਾਡਾ ਮਿੱਤਰ ਆ, ਉਹ ਇੰਝ ਹੀ ਮਾਰੀ ਜਾਊਗਾ, ਉਹ ਇੰਝ ਹੀ ਜਦੋਂ ਤੇਰਾ ਬ੍ਰੇਨ ਟਿਊਮਰ ਦਾ ਪਤਾ ਲੱਗਿਆ, ਉਹ ਮੂਮੈਂਟ ਜਿਹੜਾ ਹੈ ਹਮੇਸ਼ਾ ਹੀ ਉਦਾਸ ਕਰਦਾ ਕਿ ਸਵਾਲ ਹਮੇਸ਼ਾ ਮਨ 'ਚ ਉੱਠਦੇ ਰਹਿੰਦੇ ਨੇ ਕਿ ਇੰਝ ਕਿਉਂ ਹੁੰਦਾ ਹੈ। ਫਿਰ ਇਹ ਚੀਜ਼ਾਂ ਕਦੀ ਮਨ ਇਹ ਉਦਾਸ, ਕਦੀ ਇਹ ਸਵਾਲ ਚੱਲਦੇ ਨੇ ਕਿ ਕਹਿੰਦੇ ਨੇ ਕਿ ਪੁੰਨ ਕਰੋ, ਪਾਠ ਕਰੋ, ਇਹ ਕਰੋ, ਉਹ ਕਰੋ, ਤੁਸੀਂ ਕਿਸੇ ਨਾਲ ਦਿਆਲੂ ਹੋਵੋ, ਤੁਸੀਂ ਕਿਸੇ ਨਾਲ ਚੰਗਾ ਕਰੋ ਤੇ ਕੋਈ ਕਿਸੇ ਨਾਲ ਮਾੜਾ ਨਹੀਂ ਹੋਏਗਾ। ਤੇ ਫਿਰ ਜੇ ਮੈਂ ਇਹੋ ਜਿਹੀਆਂ ਗੱਲਾਂ ਕਰਾਂ ਤੇ ਫਿਰ ਤੇ ਅਮਿਤ ਦੇ ਬਾਰੇ ਇਹ ਮੰਨ ਜਾਂਦੀ ਕਿ ਉਹ ਤੇ ਸਾਰਿਆਂ ਨੂੰ ਇੰਨਾ ਪਿਆਰਾ ਸੀ, ਮੈਂ ਕਦੀ ਇਹੋ ਜਿਹੀ ਗੱਲ ਵੇਖੀ ਨਹੀਂ, ਫਿਰ ਉਹਦੇ ਨਾਲ ਕਿਉਂ ਇੰਨਾ ਬੁਰਾ ਹੋਇਆ। ਅਮਿਤ ਤੋਂ ਬਾਅਦ ਇਹ ਚੀਜ਼ਾਂ ਫਿਰ ਹੋਰਨਾਂ ਨਾਲ ਵੀ ਚੱਲੀਆਂ ਕਿ ਉਸ ਬੰਦੇ ਨਾਲ ਇੰਜ ਹੋਇਆ, ਉਹਨੇ ਕੀ ਬੁਰਾ ਕੀਤਾ ਸੀ, ਉਹਦੇ ਨਾਲ ਇੰਜ ਹੋਇਆ, ਜਾਂ ਇਹ ਫਿਰ ਕਿਸਮਤ ਰਿਲੇਟ ਕਰਨਾ ਪੈਂਦੀ ਹੈ। ਫਿਰ ਮੈਂ ਇਹ ਚੀਜ਼ਾਂ ਮੈਨੂੰ ਫਿਰ ਤੰਗ ਕਰਦੀਆਂ, ਇਹ ਪਰੇਸ਼ਾਨ ਕਰਦੀਆਂ ਹੁੰਦੀਆਂ। ਅੱਛਾ ਵਿਪਨ ਜੀ, ਮੇਰਾ ਅਗਲਾ ਸਵਾਲ ਵੀ ਇਸੇ ਤਰ੍ਹਾਂ ਦਾ ਹੀ ਆ। ਜਿੱਦਾਂ ਕੁਝ ਉਦਾਸੀਆਂ ਬੰਦੇ ਦੀਆਂ ਪਿੱਛਾ ਨਹੀਂ ਛੱਡਦੀਆਂ, ਕਿੱਥੇ ਵੀ ਚੱਲ ਜੀ ਆਪਾਂ, ਤੇ ਕੁਝ ਖੁਸ਼ੀ ਦੇ ਇਹੋ ਜਿਹੇ ਪਲ ਹੁੰਦੇ ਆ। ਤੁਸੀਂ ਕਿਤੇ ਬਿਲਕੁਲ ਉਦਾਸ ਲੰਮਿਆਂ 'ਚ ਬੈਠੇ ਆ ਤੇ ਉਹ ਤੁਹਾਨੂੰ ਕਵਿਤਾ ਵਾਂਗੂ ਆ ਕੇ ਮਿਲਦੇ ਆ, ਹੁਲਾਰਾ ਦਿੰਦੇ ਆ, ਉਦਾਸੀ 'ਚੋਂ ਕੱਢ ਕੇ ਮਤਲਬ ਜ਼ਿੰਦਗੀ ਵੱਲ ਲੈ ਕੇ ਜਾਂਦੇ ਆ। ਕੋਈ ਇਦਾਂ ਦਾ ਪਲ ਖੁਸ਼ੀ ਦਾ ਜਿਹੜਾ 20 ਸਾਲ ਪਹਿਲਾਂ, 30 ਸਾਲ ਪਹਿਲਾਂ ਵੀ ਵਾਪਰਿਆ ਹੋਵੇ ਤੇ ਅੱਜ ਵੀ ਉਹਨੂੰ ਯਾਦ ਕਰਕੇ ਮਤਲਬ ਭਰ ਜਾਂਦੇ ਹੋਵੋ, ਡੁੱਲ ਜਾਂਦੇ ਹੋਵੋ, ਕੋਈ ਇਹੋ ਜਿਹਾ ਲਮਹਾ ਸਾਡੇ ਨਾਲ ਸਾਂਝਾ ਕਰੋ। ਸਭ ਤੋਂ ਵੱਡੀ ਖੁਸ਼ੀ ਤੇ ਮੇਰਾ ਬੇਟਾ ਜਦੋਂ ਹੋਇਆ, ਸਾਹਿਲ ਦੇ ਹੋਣ ਦੀ ਖੁਸ਼ੀ, ਉਹ ਖੁਸ਼ੀ ਤੇ ਮਤਲਬ ਕਿ ਅਨਬਲੀਵੇਬਲ ਹੈ ਨਾ। ਉਸ ਤੋਂ ਬਾਅਦ ਇੱਕ ਖੁਸ਼ੀ ਜਿਹੜੀ ਹੋ ਰਹੀ ਨਾ, ਜਿਹੜੀ ਹਮੇਸ਼ਾ ਮੈਨੂੰ ਬਹੁਤ ਠੰਡਕ ਪਹੁੰਚਾਉਂਦੀ ਹੈ, ਉਹ ਵਾ ਕਿ ਜਦੋਂ ਮੈਨੂੰ ਭੁਪਿੰਦਰ ਮਿਲ ਗਿਆ ਸੀ। ਇਹ ਦੋ ਖੁਸ਼ੀਆਂ। ਤੇ ਹੁਣ ਅੱਗੋਂ ਮੈਨੂੰ ਬੇਟੀ ਮਿਲੀ ਆ, ਉਹ ਵੀ ਬੜੀ ਪਿਆਰੀ ਆ, ਕਮਲਪ੍ਰੀਤ। ਉਹ ਵੀ ਮੈਨੂੰ ਬਹੁਤ ਮਤਲਬ ਕਿ ਠੰਡਕ ਵਾਂਗ ਮੈਨੂੰ ਮਿਲਦੀ ਹੈ। ਉਹ ਮੇਰੇ ਕੋਲ ਨਾ ਵੀ ਹੋਵੇ, ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਨੂੰ ਇਹ ਜਿਹੜੇ ਭੁਪਿੰਦਰ, ਸਾਹਿਲ ਔਰ ਕਵਲ ਹੈ, ਇਹ ਮੇਰੇ ਤਿੰਨ ਇਹੋ ਜਿਹੇ ਮੇਰੇ ਹਿੱਸੇ ਹੈਗੇ ਨੇ ਜਿਹੜੇ ਮੈਨੂੰ ਠੰਡ ਪਹੁੰਚਾਉਂਦੇ ਨੇ, ਭਾਵੇਂ ਮੇਰੇ ਕੋਲ ਨਾ ਵੀ ਹੋਣ ਇਸ ਵੇਲੇ। ਇੱਕ ਗੱਲ ਹੋਰ ਵੀ ਸਾਡੇ ਤੁਹਾਨੂੰ ਜਾਣਨ ਵਾਲੇ ਤੇ ਜਿਹੜੇ ਤੁਹਾਡੇ ਦੋਸਤ ਆ ਜਾਂ ਪਾਠਕ ਆ, ਪੜ੍ਹਦੇ ਆ, ਹਮੇਸ਼ਾ ਭੀੜ ਤੋਂ ਦੂਰ ਰਹਿੰਦੇ ਆ, ਕਵੀ ਦਰਬਾਰਾਂ ਤੋਂ ਤੁਸੀਂ ਦੂਰ ਰਹਿੰਦੇ ਆ। ਵਿਪਨ ਦਾ ਵੀ ਇਹੀ ਸੁਭਾਅ ਆ, ਭੁਪਿੰਦਰ ਪ੍ਰੀਤ ਨੂੰ ਵੀ ਮੈਂ ਜਾਣਦਾ ਕਿ ਬਹੁਤ ਜਾਂਦੇ ਹੀ ਨਹੀਂ ਕਿਤੇ ਕਵਿਤਾ ਪੜ੍ਹਨ, ਮਤਲਬ। ਤੇ ਜਦੋਂ ਕਿ ਕਵੀ ਦੇ ਮਨ 'ਚ ਹੁੰਦੀ ਆ ਕਿ ਮੈਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਾਂ, ਪੇਸ਼ ਕਰਾਂ, ਦੂਰਦਰਸ਼ਨ ਤੇ ਜਾਵਾਂ, ਰੇਡੀਓ ਤੇ ਜਾਵਾਂ, ਕਿੱਡੀ ਦੌੜ ਲੱਗੀ ਆ ਇੱਥੇ। ਮਤਲਬ ਵਿਪਨ ਦਾ ਕੀ ਕਹਿਣਾ ਮਤਲਬ ਇਸ ਬਾਰੇ ਕਿ ਮਤਲਬ ਕਿਉਂ ਨਹੀਂ ਉਹ ਭੀੜ ਤੋਂ ਦੂਰ ਰਹਿੰਦੇ ਆ? ਭੀੜ 'ਚ ਵੀ ਕੁਝ ਚੰਗੇ ਚਿਹਰੇ ਹੁੰਦੇ ਆ। ਖੌਫ ਆਉਂਦਾ ਮੈਨੂੰ ਤੇ ਭੀੜ 'ਚ ਜਾਣ ਤੋਂ, ਐਵਲੀ ਭੀੜ 'ਚ ਜਾਣ ਤੋਂ। ਮਸਲਨ
ਪਸੰਦ ਨਹੀਂ ਕਰਦੀ ਮੈਂ, ਮਤਲਬ ਮੇਰਾ ਅਸਲੀ ਆਨੰਦ, ਮੇਰੀ ਆਪਣੀ ਅਸਲੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਮੈਂ ਆਪਣੀ ਕ੍ਰੀਏਸ਼ਨ ਪਲਾਂ 'ਚ ਹੁੰਦੀ ਹਾਂ, ਆਪਣੇ ਕ੍ਰੀਏਟਿਵ ਪਲਾਂ 'ਚ ਹੁੰਦੀ ਹਾਂ ਮੈਂ, ਜਦੋਂ ਮੈਂ ਕੁਝ ਲਿਖ ਰਹੀ ਹੁੰਦੀ ਹਾਂ ਜਾਂ ਕੁਝ ਪੜ੍ਹ ਰਹੀ ਹੁੰਦੀ ਹਾਂ ਜਾਂ ਮੈਂ ਚੁੱਪ ਹੁੰਦੀ ਹਾਂ, ਜਦ ਮੈਨੂੰ ਉਹ ਆਪਣੇ ਅੰਦਰ ਇੱਕਦਮ ਮੈਨੂੰ ਮੈਡੀਟੇਸ਼ਨ ਵਾਲੀ ਅਵਸਥਾ ਹੁੰਦੀ ਹੈ ਕਿ ਮੈਨੂੰ ਕੋਈ ਹੋਰ ਧਿਆਨ ਨਹੀਂ ਰਹਿੰਦਾ। ਮੇਰੇ ਲਈ ਇਹ ਜ਼ਿਆਦਾ ਵਧੀਆ। ਅਸੀਂ ਆਪਣਾ ਆਨੰਦ ਇਹ ਆਨੰਦ ਹੀ ਹੈ ਨਾ ਸਾਡਾ। ਆਪਾਂ ਪੜ੍ਹਦੇ ਹਾਂ, ਲਿਖਦੇ ਹਾਂ, ਸਾਰੀਆਂ ਚੀਜ਼ਾਂ, ਸਾਡੇ ਸਵਾਲ ਤੇ ਸ਼ਾਂਤ ਹੁੰਦੇ ਹੀ ਹੁੰਦੇ ਨੇ, ਪਰ ਸਾਨੂੰ ਆਪਣੇ ਅੰਦਰ ਉਹਨਾਂ ਚੀਜ਼ਾਂ ਦੀ ਖੁਸ਼ੀ ਵੀ ਤੇ ਮਿਲਦੀ। ਉਹ ਇਹਨਾਂ ਚੀਜ਼ਾਂ ਤੋਂ ਮਿਲ ਜਾਂਦੀ, ਫਿਰ ਮੈਂ ਕਿਉਂ ਬਾਹਰ ਜਾਵਾਂ, ਮੈਂ ਕਿਉਂ ਭੱਜਾਂ। ਅੱਛਾ, ਇੱਕ ਗੱਲ ਹੋਰ ਆ, ਹੁਣ ਤੁਸੀਂ ਰਫੂਗਰ ਕਿਤਾਬ ਲਿਖੀ ਆ, ਜਨਮ ਲਿਖੀ ਆ, ਭੁਪਿੰਦਰ ਨੇ ਲਿਖੀ ਆ, ਹਨਾ। ਆਲੋਚਨਾ ਬਾਰੇ ਤੁਹਾਡਾ ਕੀ ਕਹਿਣਾ? ਆਲੋਚਨਾ ਕਿ ਮਸਲਨ ਮੇਰਾ ਖਿਆਲ ਆ ਵੀ ਤੁਹਾਡੀਆਂ ਤੇ ਆਲੋਚਕ ਜਦੋਂ ਆਲੋਚਨਾ ਕਰਦੇ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਕਿ ਜਿਹੜਾ ਕਵੀ ਦਾ ਤੇ ਆਲੋਚਕ ਦਾ ਜਿਹੜਾ ਆਪਸ ਵਿੱਚ ਕਿਤੇ ਤਾਰ ਜੁੜਦੀ ਆ, ਇਹ ਜੁੜਨੀ ਚਾਹੀਦੀ ਕਿ ਨਹੀਂ ਜੁੜਨੀ ਚਾਹੀਦੀ? ਕਵਿਤਾ ਬਾਰੇ ਕੋਈ ਗੱਲ ਇਦਾਂ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਵੀ ਉਹਦੇ ਤੇ ਪੇਪਰ ਲਿਖਤੇ, ਪ੍ਰੋਗਰਾਮ ਹੋ ਰਹੇ ਆ, ਇਹਦੇ ਬਾਰੇ ਤੁਹਾਡਾ ਕੀ ਖਿਆਲ? ਨਹੀਂ, ਉਹ ਕਵੀ ਨੇ ਤੇ ਆਪਣਾ ਕੰਮ ਕਰ ਦਿੱਤਾ ਹਨਾ। ਅੱਗੋਂ ਠੀਕ ਹੈ, ਜੇ ਆਲੋਚਕ ਲਿਖਦੇ ਆ ਤੇ ਵਧੀਆ ਗੱਲ ਆ, ਲਿਖਣਾ ਹੀ ਚਾਹੀਦਾ, ਬਲਕਿ ਉਹਨਾਂ ਦੀ ਆਪਣੀ ਤਰ੍ਹਾਂ ਦੀ ਗੱਲ ਆ, ਤੇ ਕਵੀ ਨੂੰ ਤੇ ਹੱਸਣਾ ਆਉਣਾ ਚਾਹੀਦਾ ਬਸ। ਕਿ ਆਲੋਚਕ ਜਿਵੇਂ ਵੀ, ਮੈਂ ਖੈਰ ਇਹਨਾਂ ਚੀਜ਼ਾਂ ਦੇ ਵਿੱਚ ਕਦੀ ਮੈਂ ਪੈਣਾ ਹੀ ਨਹੀਂ ਚਾਹੁੰਦੀ ਕਿ ਕੋਈ, ਮੈਂ ਵੇਖਦੀ ਨਹੀਂ ਕਿ ਕੋਈ ਮੇਰੇ ਬਾਰੇ ਕੀ ਕਹਿ ਰਿਹਾ ਜਾਂ ਕੀ ਨਹੀਂ ਕਹਿ ਰਿਹਾ। ਬਾਕੀ ਇਹ ਵਾ ਕਿ ਜੇ ਜਿਸ ਤਰ੍ਹਾਂ ਇੱਕ ਅਕੈਡਮਿਕ ਲੈਵਲ ਦੇ ਅਸੀਂ ਗੱਲ ਕਰੀਏ, ਮੈਂ ਸਮਝਦੀ ਹਾਂ ਕਿ ਜੇ ਪ੍ਰੋਪਰ ਸਹੀ ਤਰੀਕੇ ਦੇ ਨਾਲ, ਸਹੀ ਤਰੀਕਾ ਨਹੀਂ ਮੀਨਸ ਕਿ ਜਿਹਨੂੰ ਅਸੀਂ ਓਨੈਸਟੀ ਕਹਿੰਦੇ ਆ, ਜਿਹਨੂੰ ਅਸੀਂ ਇੱਕ ਇੰਟੈਲੈਕਟ ਕਹਿੰਦੇ ਆ, ਜਿਹੜਾ ਅਸੀਂ ਕਹਿੰਦੇ ਆ, ਜਿਸ ਹੱਦ ਤੱਕ ਮੈਂ ਪੜ੍ਹੇ, ਨਿਰਮਲ ਵਰਮਾ ਨੂੰ ਮੈਂ ਪੜ੍ਹਿਆ, ਜੇ ਕਿਤੇ ਤੁਸੀਂ ਉਹਦੀ ਪ੍ਰੋਜ਼ ਪੜ੍ਹੋ, ਉਹਦੀ ਜਿੰਨੀ ਵੀ ਆਲੋਚਨਾ ਹੈਗੀ ਆ ਜਾਂ ਕੁਝ ਵੀ ਹੈਗੀ ਆ, ਪੜ੍ਹੋ, ਤੁਸੀਂ ਵੇਖੋਗੇ ਕਿ ਇੰਨਾ ਕੁ ਟਰੂ, ਇੰਨਾ ਕਲੀਅਰ ਕੱਟ, ਇੰਨੀ ਅੱਛੀ ਤਰੀਕੇ ਦੇ ਨਾਲ ਉਹਨਾਂ ਦੇ ਇਹ ਕੰਮ ਹੁੰਦੇ ਨਾ, ਜਦ ਕਿ ਇੱਥੇ ਭਾਈ ਭਤੀਜਾਵਾਦ ਹੀ ਨਹੀਂ ਮੁੱਕਦਾ ਕਿ ਤੂੰ ਮੇਰਾ ਲਿਖ ਦੇ, ਮੇਰੀ ਕਿਤਾਬ 'ਚ ਆ ਜਾਓ, ਜਾਂ ਉੱਥੇ ਆ ਜਾਓ, ਜਾਂ ਇੱਥੇ ਆ ਜਾਓ। ਇਹ ਜਿਹੜੀਆਂ ਚੀਜ਼ਾਂ ਹੈਗੀ ਨਾ, ਸਾਡੀ ਐਕਚੁਅਲ, ਸਾਡੀ ਆਪਣੀ ਜਿਹੜੀ ਆਇਡੈਂਟੀਟੀ ਹੈ, ਸਾਡੀ ਆਪਣੀ ਅਸਲ ਹਸਤੀ ਹੈਗੀ, ਸਾਡਾ ਆਪਣਾ ਅੰਦਰ ਸੀਗਾ, ਉਹਨੂੰ ਖਤਮ ਕਰ ਦਿੰਦੀਆਂ ਨੇ। ਜੇ ਸਾਨੂੰ ਇਹ ਚੀਜ਼, ਇਹ ਵਰਤਾਰਾ ਸਹੀ ਨਹੀਂ ਮਿਲ ਸਕਦਾ ਜਦੋਂ ਤੱਕ, ਉਦੋਂ ਤੱਕ ਸਾਨੂੰ ਚੁੱਪ ਹੀ ਰਹਿਣਾ ਚਾਹੀਦਾ। ਇੱਕ ਵਿਪਨ ਜੀ, ਮੇਰਾ ਹੋਰ ਸਵਾਲ ਆ, ਇਹਨਾਂ ਵਿੱਚੋਂ ਹੀ ਨਿਕਲੀ ਗੱਲ ਵੀ ਜਿਹੜੀਆਂ ਤੂੰ ਮੇਰੇ ਤੇ ਲਿਖਦੇ, ਮੈਂ ਤੇਰੇ ਤੇ ਲਿਖ ਦੂੰ, ਇਹਨਾਂ ਵਿੱਚ ਹੀ ਸਹਿਤ ਸੁਭਾਵਾਂ ਵੀ ਆ ਜਾਂਦੀਆਂ, ਹੈਨਾ। ਇਹਨਾਂ ਵਰਤਾਰਿਆਂ ਨੇ ਮਤਲਬ ਕਵਿਤਾ ਦਾ ਮਤਲਬ ਕਿੰਨਾ ਕੁ ਨੁਕਸਾਨ ਕੀਤਾ ਜਾਂ ਕਿੰਨਾ ਕੁ ਹੋਰ ਕਰ ਦੇਣਗੇ, ਜਿੰਨੀਆਂ ਸਹਿਤ ਸੁਭਾਵਾਂ ਦੀ ਆਪਾਂ ਗੱਲ ਕਰ ਲਈਏ, ਹੈਨਾ। ਉੱਥੇ ਮਤਲਬ ਸਪੋਜ਼ ਕਰ ਲਓ ਵੀ ਪ੍ਰੋਗਰਾਮ ਅੰਮ੍ਰਿਤਸਰ ਹੋ ਰਿਹਾ, ਪ੍ਰੋਗਰਾਮ ਚੰਡੀਗੜ੍ਹ ਹੋ ਰਿਹਾ, ਪ੍ਰੋਗਰਾਮ ਪਟਿਆਲੇ ਹੋ ਰਿਹਾ, ਪ੍ਰੋਗਰਾਮ ਲੁਧਿਆਣੇ ਹੋ ਰਿਹਾ, ਇੱਕ ਗਰੁੱਪ ਜਾ ਰਿਹਾ, ਉੱਥੇ ਕਵੀ ਨਹੀਂ ਜਾ ਰਹੇ, ਮਤਲਬ ਇਹ ਹੁੰਦਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮਤਲਬ ਉਹਨਾਂ ਦਾ ਆਪਣਾ ਆਨੰਦ ਕਰੀ ਜਾਣ ਦਿਓ। ਵੈਸੇ ਇਹ ਕੋਈ ਬਹੁਤ ਵਧੀਆ ਚੀਜ਼ ਨਹੀਂ ਹੈਗੀ। ਹਰ ਫੀਲਡ ਦੇ ਵਿੱਚ, ਹੁਣ ਜਿਸ ਤਰ੍ਹਾਂ ਮੈਂ ਕਈ ਵਾਰੀ ਗੱਲਾਂ ਸੁਣੀ ਦੀਆਂ ਜਾਂ ਪੜ੍ਹੀ ਦਾ, ਜਿਵੇਂ ਮੇਰੇ ਖਿਆਲ 'ਚ ਹਰ ਫੀਲਡ ਦੇ ਵਿੱਚ ਇਹ ਗਰੁੱਪਿਜ਼ਮ ਜਾਂ ਇਹ ਸਾਰਾ ਕੁਝ ਚੱਲਦਾ ਹੀ ਹੈ, ਇਹ ਚੀਜ਼ ਹੁੰਦਾ ਹੀ ਆ। ਠੀਕ ਹੈ, ਉਹ ਇਹ ਜਿਹੜੀਆਂ ਚੀਜ਼ਾਂ, ਜਿਹੜੇ ਵੀ ਸਾਹਿਤਕ ਵਰਤਾਰੇ ਬਣੇ ਹੋਏ ਨੇ ਜਾਂ ਜੋ ਵੀ ਸਭਾਵਾਂ ਬਣਦੀਆਂ ਨੇ, ਜਾਂ ਲੋਕੀ ਸਿਰਫ ਤੇ ਸਿਰਫ ਵੇਸਟੇਜ ਆਫ ਟਾਈਮ ਐਂਡ ਐਨਰਜੀ ਆ, ਮੈਂ ਤੇ ਇਹਨਾਂ ਨੂੰ ਇਹ ਕਹਿੰਦੀ ਹਾਂ, ਹੋਰ ਕੁਝ ਨਹੀਂ, ਨਥਿੰਗ ਐਲਸ। ਸਿਰਫ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਇਹ ਚੀਜ਼ਾਂ ਸਗੋਂ ਸਾਨੂੰ ਖਾਂਦੀਆਂ ਹੀ ਆ, ਸਾਡਾ ਆਪਣਾ ਕੁਝ ਨਹੀਂ ਬਚਣ ਨਹੀਂ ਦਿੰਦੀਆਂ। ਅਸੀਂ ਇੰਨੇ ਕੁ ਜ਼ਿਆਦਾ ਉਹਨਾਂ ਚੀਜ਼ਾਂ ਲਈ ਰਹਿ ਜਾਂਦੇ ਹਾਂ ਕਿ ਸਾਡਾ ਆਪਣਾ ਅਸਲ ਅੰਦਸ ਜਿਹੜਾ ਹੈਗਾ ਨਾ, ਉਹ ਗਵਾਚ ਜਾਂਦਾ। ਸਾਡੀ ਆਪਣੀ ਅਸਲ ਕ੍ਰੀਏਟਿਵ ਜਿਹੜੀ ਸਾਡੀ ਪਾਵਰ, ਜਿਹੜੀ ਸਾਡੇ ਆਪਣੇ ਅੰਦਰ, ਜਿਹੜੀ ਇੱਕ ਪਰਮਾਤਮਾ ਨੇ ਜਾਂ ਕੁਦਰਤ ਨੇ ਸਾਡੇ ਅੰਦਰ ਇੱਕ ਜਿਹੜੀ ਊਰਜਾ ਦਿੱਤੀ, ਜਿਹੜਾ ਸਾਡਾ ਔਰਾ ਦਿੱਤਾ ਹੈ, ਉਹ ਹੀ ਖਤਮ ਹੋ ਜਾਂਦਾ ਹੈ। ਫਿਰ ਮੈਂ ਸਮਝਦੀ ਹਾਂ ਕਿ ਇਹ ਚੀਜ਼ਾਂ ਮੈਨੂੰ ਤੇ ਕਦੀ ਨਹੀਂ ਬੈਨੀਫਿਟ ਦੇ ਕੇ ਗਈਆਂ। ਅਸੀਂ ਵੀ ਪਹਿਲਾਂ ਬਹੁਤ, ਜਦੋਂ ਨਵੇਂ ਬੜਾ ਸਾਨੂੰ ਚਾਹ ਹੁੰਦਾ ਸੀ ਕਵੀ ਦਰਬਾਰਾਂ ਤੇ ਜਾਣਾ ਹੈ ਜਾਂ ਇੰਝ ਹੁੰਦਾ ਹੈ, ਪਰ ਇੱਕ ਟਾਈਮ ਦੇ ਉੱਤੇ ਆ ਕੇ ਇਹ ਚੀਜ਼ਾਂ ਸਾਨੂੰ ਕੁਝ ਨਹੀਂ ਦੇ ਕੇ ਗਈ। ਵਿਪਨ ਜੀ, ਮੇਰਾ ਖਿਆਲ ਤੁਸੀਂ ਪੜ੍ਹਾਈ ਵੀ ਫਾਈਨ ਆਰਟ ਦੇ ਨਾਲ ਤੁਹਾਡਾ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ, ਜਿਹੜੇ ਤੁਹਾਡੇ ਜਾਣਕਾਰ ਹੋਣਗੇ, ਜਿਹੜੇ ਸਿਰਫ ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਜਾਣ, ਤੁਹਾਡਾ ਚਿੱਤਰਕਾਰੀ ਦੇ ਵਿੱਚ ਵੀ ਬਹੁਤ ਸ਼ੌਕ ਰਿਹਾ, ਹੈ ਨਾ। ਮੈਂ ਤੁਹਾਡੇ ਖੂਬਸੂਰਤ ਚਿੱਤਰ ਜਿਹੜੇ ਤੁਹਾਡੇ ਘਰ 'ਚ ਬਣੇ ਵੀ ਵੇਖੇ ਆ, ਤੇ ਉਹ
ਜਿਹੜੀ ਵਿਪਨ ਚਿੱਤਰਕਾਰ ਸੀ ਮਤਲਬ ਉਹ ਕਿਉਂ ਬਿਲਕੁਲ ਹੀ ਚੁੱਪ ਹੋ ਗਈ, ਮਤਲਬ ਰੰਗਾਂ ਤੋਂ ਦੂਰ ਹੋ ਗਈ ਆ? ਕਿਹੜੇ ਰੰਗ ਜ਼ਿਆਦਾ ਭਰ ਗਏ ਕਿ ਉਹ ਉਹਨਾਂ ਜਿਹੜੇ ਪੇਂਟਸ ਤੋਂ ਦੂਰ ਚਲੀ ਗਈ ਜਾਂ ਕੈਨਵਸ ਤੋਂ ਦੂਰ ਚਲ ਗਈ? ਉਹ ਕਿਉਂ ਮਤਲਬ? ਨਹੀਂ ਤਾਂ ਹੁਣ ਜੇ ਆਪਾਂ ਕੁਝ ਉਦਾਹਰਨਾਂ ਲੈਣੀਆਂ, ਸਾਡੇ ਕਵੀ ਪੇਂਟਰ ਨਾਲ ਦੇਵ ਲੈ ਲਓ, ਸਵੀ ਲੈ ਲਓ, ਕੁਝ ਹੋਰ ਸਾਡੇ ਦੋਸਤ ਬਰਾਬਰ ਚੱਲ ਰਹੇ ਆ, ਤੁਹਾਡੀ ਜਿਹੜੀ ਪੇਂਟਿੰਗ ਦੀ ਕਲਾ ਸੀ ਮਤਲਬ ਉਹ ਕਿਉਂ ਚੁੱਪ ਹੋ ਗਈ? ਨਹੀਂ, ਕਿਸੇ ਵੇਲੇ ਮੈਂ ਵਿੱਚੋਂ ਕਰਦੀ ਹਾਂ, ਪਿੱਛੇ ਜੇ ਮੈਂ ਕਰਦੀ ਹਾਂ ਕਿਸੇ ਵੇਲੇ, ਪਰ ਜਿਹੜਾ ਮੇਰਾ ਪ੍ਰਾਇਰਟੀ ਬੇਸ ਤੇ ਮੈਂ ਲਾਈਟ ਰਹਿੰਦੀ ਹਾਂ। ਜੋ ਮੇਰਾ ਉਸ ਵੇਲੇ ਮਨ ਆਉਂਦਾ ਮੈਂ ਲਿਖ ਲੈਂਦੀ ਹਾਂ, ਜੇ ਨਹੀਂ ਮਨ ਆਉਂਦਾ ਪੜ੍ਹ ਲੈਂਦੀ ਹਾਂ, ਨਹੀਂ ਮਨ ਆਉਂਦਾ ਤੇ ਪੇਂਟਿੰਗ ਘੱਟ ਇਸ ਕਰਕੇ ਗਈ ਕਿ ਪਹਿਲਾਂ ਮੇਰੀ ਗ੍ਰੈਜੂਏਸ਼ਨ ਦੇ ਵਿੱਚ ਮੇਰਾ ਫਾਈਨ ਆਰਟ ਸੀ। ਉਸ ਤੋਂ ਬਾਅਦ ਫਿਰ ਵਿਆਹ ਤੋਂ ਬਾਅਦ ਕੁਝ ਥੋੜੀ ਦੇਰ ਲਈ ਸਹੀ ਮੰਮੀ ਦੇ, ਭੁਪਿੰਦਰ ਦੇ ਮਦਰ ਦੇ, ਉਹਨਾਂ ਦੇ ਦੋਨੋਂ ਨੀਜ਼ ਰਿਪਲੇਸ ਹੋਣ ਕਰਕੇ ਉਹ ਫਿਰ ਇੰਨੇ ਕਿ ਬਿਮਾਰ ਸੀ ਕਿ ਮੈਨੂੰ ਜ਼ਿਆਦਾ ਟਾਈਮ ਉਹਨਾਂ ਉਧਰ ਦੇਣਾ ਪਿਆ। ਉਹ ਫਿਰ ਛੁੱਟ ਗਿਆ। ਕੋਈ ਇਹਦਾ ਪਾਰਟਿਕੂਲਰ ਰੀਜ਼ਨ ਨਹੀਂ ਹੈਗਾ, ਨਾ ਹੀ ਕੋਈ ਮੈਂ ਇਹ ਕਹਿ ਸਕਦੀ ਹਾਂ ਕਿ ਕੋਈ ਕਿਸੇ ਕਿਸਮ ਦੀ ਮੈਂ ਕੋਈ ਬਲੇਮਿੰਗ ਵਾਲੀ ਗੱਲ ਆ ਜਾਂ ਮੇਰੇ ਕੋਈ ਦੁੱਖ ਵਾਲੀ ਗੱਲ ਆ, ਕੋਈ ਤਕਲੀਫ ਵਾਲੀ ਗੱਲ, ਕੋਈ ਇਹੋ ਜਿਹੀ ਗੱਲ ਨਹੀਂ ਆ। ਬਸ ਇਹ ਵਾ ਕਿ ਇਹਨੂੰ ਮੈਂ ਜ਼ਿਆਦਾ ਉਚੇਚੇ ਤੌਰ ਤੇ ਲਿਆ ਨਹੀਂ, ਬਸ ਦੈਟਸ ਆਲ। ਅੱਛਾ ਵਿਪਨ ਜੀ, ਆਪਣਾ ਕਵਿਤਾ ਬਾਰੇ ਮਤਲਬ ਜ਼ਿੰਦਗੀ ਬਾਰੇ, ਕੈਨਵਸ ਬਾਰੇ ਬੜੀਆਂ ਖੂਬਸੂਰਤ ਗੱਲਾਂ ਹੋਈਆਂ ਤੇ ਜਿਹੜੇ ਪਹਿਲਾਂ ਬਹੁਤ ਸਾਰੇ ਸਵਾਲ ਹੋਏ ਆ, ਇਹ ਵੀ ਸਵਾਲ ਉਸੇ ਤਰ੍ਹਾਂ ਦਾ ਹੀ ਆ। ਮਤਲਬ ਕਵੀ ਨੂੰ ਮਤਲਬ ਕਿੱਦਾਂ ਦਾ ਹੋਣਾ ਚਾਹੀਦਾ? ਕਵੀ ਨਾਲ ਕਵੀ ਦਾ ਆਪਣੇ ਆਪ ਨਾਲ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ? ਬਹੁਤ ਸਿਆਸਤ ਹੋ ਰਹੀ ਆ, ਮਤਲਬ ਕਵੀ ਨੂੰ ਕਿੱਦਾਂ ਦਾ ਹੋਣਾ ਚਾਹੀਦਾ? ਇੱਕ ਫਰੇਮ, ਉਹਦਾ ਮਾਡਲ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਚਾਹੀਦਾ? ਮੈਂ ਉਹਨਾਂ ਨੂੰ, ਕਵੀਆਂ ਨੂੰ ਉਹਨਾਂ ਦੀ ਕਵਿਤਾ ਦੇ ਥਰੂ ਹੀ ਜਾਣਦੀ ਹਾਂ, ਹਨਾ। ਕਵਿਤਾ ਹੀ ਆ ਨਾ ਮੈਨੂੰ ਉਹਨਾਂ ਤੱਕ ਪਹੁੰਚਾ ਰਹੀ ਹੈ। ਮੈਂ ਆਪਣੀ ਕਵਿਤਾ ਦੇ ਨਾਲ ਕਵਿਤਾ ਵਰਗੀ ਮੈਂ ਹੋਣਾ ਚਾਹੁੰਦੀ ਹਾਂ। ਕਵੀ ਨੂੰ ਆਪਣੀ ਕਵਿਤਾ ਵਰਗਾ ਹੁੰਦਾ ਹੀ, ਆਪਣੀ ਕਵਿਤਾ ਵਰਗਾ ਹੋਵੇ। ਪਰ ਇੱਕ ਗੱਲ ਮੈਂ ਜ਼ਰੂਰ ਇਹ ਕਹਿਣਾ ਚਾਹਾਂਗੀ ਕਿ ਅਸੀਂ ਇਹ ਨਹੀਂ, ਇੱਕ ਉਲਟਬਾਜ਼ੀ ਤੇ ਹੁੰਦੀ ਹੈ, ਹਨਾ। ਉਹ ਭਾਵੇਂ ਕੋਈ ਕਵੀ ਹੋਵੇ, ਭਾਵੇਂ ਕੋਈ ਪੇਂਟਰ ਹੋਵੇ, ਭਾਵੇਂ ਕੋਈ ਆਮ ਇਨਸਾਨ, ਕੋਈ ਇੱਕ ਤਰਖਾਨ ਹੈ, ਤਰਖਾਨ ਨੂੰ ਕੋਈ ਕੰਮ ਕਰਦਾ ਹੈ, ਉਹਦੇ ਵਿੱਚ ਉਹ ਜੇ ਕੋਈ ਥੋੜਾ ਜਿਹਾ ਆਪਣੀ ਉਲਟਬਾਜ਼ੀ ਮਾਰੇਗਾ, ਕੁਝ ਡਿਫਰੈਂਟ ਕਰੇਗਾ, ਕੋਈ ਆਪਣੀ ਕਰੇ, ਤਾਂ ਹੀ ਉਹ ਫਿਰ ਉਹ ਅਲੱਗ ਦਿਖੇਗਾ ਨਾ। ਬਸ ਇੰਨਾ ਕੁ ਹੈਗਾ ਵਾ ਕਿ ਉਹ ਥੋੜਾ ਜਿਹਾ ਇੱਕ ਆਮ ਇਨਸਾਨ ਹੈ, ਆਮ ਇਨਸਾਨ ਵਾਂਗੂ ਰਵੇ, ਹੱਸਦਾ ਖੇਡਦਾ। ਪਰ ਜ਼ਿੰਦਗੀ ਜਿਹੜੀ ਜਿੰਦੇ ਪਏ ਆ, ਪਹਿਲਾਂ ਉਹਦੇ ਵਿੱਚ ਤੇ ਪੂਰੇ ਹੋ ਜਾਈਏ, ਪਹਿਲਾਂ ਅਸੀਂ ਆਪਣੇ ਆਪ ਨਾਲ ਤੇ ਪੂਰਾ ਨਿਭਾ ਕਰ ਲਈਏ। ਜਦੋਂ ਅਸੀਂ ਉਹ ਕਰ ਲਿਆ ਤੇ ਕਵੀ ਵੀ ਅਸੀਂ ਵਧੀਆ ਹੋਵਾਂਗੇ। ਮੈਂ ਇੱਕ ਮੇਰਾ ਹੋਰ ਸਵਾਲ ਆ ਵੀ ਭੁਪਿੰਦਰ ਦੇ ਘਰ, ਉਹ ਮੇਰਾ ਘਰ ਹੈ। ਭੁਪਿੰਦਰ ਦੇ ਘਰ ਆਉਣ ਤੋਂ ਅੱਛਾ, ਉਹਨਾਂ ਸਮਿਆਂ ਦੀ ਮੈਂ ਗੱਲ ਕਰ ਰਿਹਾ, ਤੁਹਾਡਾ ਹੀ ਘਰ ਆ, ਉਸ ਘਰ ਦੇ ਮਾਹੌਲ ਦੀ ਤਾਂ ਗੱਲ ਕਰ ਸਕਦੇ ਨਾ। ਹੁਣ ਮੈਂ ਤੁਸੀਂ ਵਿੱਚੋਂ ਗੱਲ ਟੋਕਦੀ ਤੇ ਮੈਂ ਸਿੱਧੀ ਗੱਲ ਕਰ ਲੈਣਾ। ਸੱਸ ਸਹੁਰੇ ਦਾ ਮਤਲਬ ਜਿਹੜਾ ਸੀਗਾ, ਤੁਹਾਡੀ ਕਵਿਤਾ ਨੂੰ ਲੈ ਕੇ ਕਿੱਦਾਂ ਦਾ ਹੈਗਾ ਸੀਗਾ ਵੀ ਕੁੜੀ ਇਹ ਸਾਡੀ ਨੂੰਹ ਕਵਿਤਾ ਲਿਖਦੀ ਆ, ਉਹਨਾਂ ਦਾ ਕਿੱਦਾਂ ਦਾ ਸੀਗਾ ਬਿਹੇਵ ਤੁਹਾਡੇ ਨਾਲ? ਮੈਨੂੰ ਭੁਪਿੰਦਰ ਨੇ ਮਤਲਬ ਕਿ ਇਹ ਚੀਜ਼ਾਂ ਮੇਰੇ ਅੱਗੇ ਕਦੀ ਵੀ, ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਮੈਨੂੰ ਉਹਦੇ ਹੁੰਦਿਆਂ ਕਿਸੇ ਕਿਸਮ ਦੀ ਇਹ ਚੀਜ਼ਾਂ ਨੂੰ ਸੋਚਣ ਦੀ ਲੋੜ ਨਹੀਂ ਪਈ। ਮੇਰੇ ਕੋਲ ਇਹ ਮਾਹੌਲ, ਮੈਨੂੰ ਵਧੀਆ ਸਪੇਸ ਮਿਲੀ ਆ, ਮੈਂ ਕਵਿਤਾ ਲਿਖੀ ਆ, ਮੈਂ ਆਈ ਆ ਗਈ ਆ ਜਿੱਥੇ ਵੀ ਆ। ਇਹ ਭੁਪਿੰਦਰ ਨੇ ਮੈਨੂੰ ਇਹ ਜਿਹੜਾ ਸਾਰਾ ਮਾਹੌਲ ਦਿੱਤਾ ਹੈ ਨਾ, ਉਹ ਸਿਰਫ ਇਹ ਉਹਦੇ ਕਰਕੇ ਨੈਚੁਰਲੀ। ਫਿਰ ਘਰ ਦੇ ਵਿੱਚ ਹੈਗੇ ਸੀ ਮੰਮੀ ਡੈਡੀ, ਸਾਰਾ ਕੁਝ, ਉਹਨਾਂ ਨੇ ਵੀ ਮੈਨੂੰ ਕੋਈ ਇਹੋ ਜਿਹੀ ਗੱਲ ਨਹੀਂ, ਠੀਕ ਸੀ ਸਾਰਾ। ਅੱਛਾ, ਮੇਰਾ ਇੱਕ ਹੋਰ ਸਵਾਲ ਹੈ ਇਹਦੇ ਨਾਲ ਹੀ, ਤੇ ਵੀ ਇੱਕ ਇਹ ਵੀ ਹੋ ਸਕਦਾ ਵੀ ਇੰਨੀਆਂ ਸਾਰੀਆਂ ਗੱਲਾਂ ਕਰਦਿਆਂ ਮੈਂ ਕੁਝ ਪੁੱਛਣਾ ਭੁੱਲ ਗਿਆ ਹੋਵਾਂ ਤੇ ਤੁਸੀਂ ਉਹ ਗੱਲ ਕਰਨੀ ਚਾਹੁੰਦੇ ਹੋਵੇ ਖੁਦ। ਬੜੀਆਂ ਗੱਲਾਂ ਹੈਗੀਆਂ ਨੇ, ਬਹੁਤ ਸਾਰੀਆਂ। ਮਤਲਬ ਤੁਸੀਂ ਕਰ ਸਕਦੇ ਹੋ ਗੱਲ, ਮਤਲਬ ਜਿਹੜਾ ਮੈਂ ਤੁਸੀਂ ਦੱਸਣੀ ਚਾਹੁੰਦੇ ਆ ਆਪਣੇ ਕਵਿਤਾ ਬਾਰੇ, ਪਾਠਕਾਂ ਨਾਲ ਗੱਲ ਕਰਨੀ ਚਾਹੁੰਦੇ ਆ, ਮੇਰੇ ਨਾਲ ਗੱਲ ਕਰਨੀ ਚਾਹੁੰਦੇ ਆ, ਭੁਪਿੰਦਰ ਨੂੰ ਕੁਝ ਕਹਿਣਾ ਚਾਹੁੰਦੇ ਆ, ਆਪਣੇ ਦੋਸਤਾਂ ਨੂੰ ਕੁਝ ਕਹਿਣਾ ਚਾਹੁੰਦੇ ਆ, ਇਹ ਤੁਸੀਂ ਕਹੋ ਇੱਥੇ। ਨਹੀਂ, ਮੈਂ ਬਿਲਕੁਲ ਆਪਣੇ, ਮੈਨੂੰ ਇੱਕ ਹਿਸਾਬ ਨਾਲ ਮੈਂ ਤੇ ਸਿਰਫ ਇਹ ਕਹਾਂਗੀ ਕਿ ਕਦੀ ਵੀ ਕੁਝ ਵੀ ਆਈਡੀਅਲ ਨਹੀਂ ਹੁੰਦਾ। ਕਿ ਜੇ ਤੁਸੀਂ ਕਹੋ ਕਿ ਇੱਕ ਕਵੀ ਜਿਸ ਤਰ੍ਹਾਂ ਇੱਕ ਪ੍ਰੋਪਰ ਇੱਕ ਜ਼ਮਾਨਾ ਸੀ ਜਦੋਂ ਕਹਿੰਦੇ ਸੀ ਖੱਦਰ ਦਾ ਕੁਰਤਾ ਪਾ ਕੇ ਤੇ ਝੋਲਾ ਫੜ ਕੇ ਉਹ ਕਵੀ ਲੱਗੇ ਤੇ ਲੱਗੇ, ਜਾਂ ਕੋਈ ਵੀ ਰੂਪ ਨਹੀਂ ਹੁੰਦਾ ਕਵੀ ਦਾ, ਜਾਂ ਕਿਸੇ ਵੀ ਇਨਸਾਨ ਜਾਂ ਕਿਸੇ ਦਾ ਵੀ, ਜੋ ਜਿਵੇਂ ਦਾ ਹੈਗਾ ਵਾ ਉਹ ਉਂਝ ਦਾ ਹੀ, ਉਹਨਾਂ ਕੀ ਰਵੇ, ਬਸ ਇੰਨਾ, ਦੈਟਸ ਆਲ ਹੈ।
ਹਨਾ। ਹਰ ਇੱਕ ਦਾ ਆਪੋ ਆਪਣਾ ਸਪੇਸ ਬਣਿਆ ਰਵੇ, ਬਚਿਆ ਰਵੇ। ਹਰ ਕੋਈ, ਮੇਰੇ ਦੋਸਤ ਨੇ ਹਜੇ ਹੁਣ ਵੀ ਹੋਰ ਵੀ ਸਾਡੇ ਨਾਲ ਜੁੜੇ ਹੋਏ ਨੇ। ਸਾਡਾ ਇੱਕ ਹੁਣ ਜਿਹੜਾ ਗਰੁੱਪ ਹੈਗਾ ਵਾ, ਅੰਬਰੀਸ਼ ਹੋਰੀ, ਸ਼ਿਵਦੀਪ ਹੋਰੀ, ਸਾਡੇ ਹੋਰ ਵੀ ਫਰੈਂਡਸ ਹੈਗੇ ਨੇ ਸਾਰੇ। ਉਹ ਸਾਰੇ ਜਿੰਨੇ ਵੀ ਅਸੀਂ ਦੋਸਤ ਹੈਗੇ ਆ, ਬਸ ਇਹ ਦੋਸਤੀਆਂ ਮੰਨਦੇ ਰਹੀਏ, ਬਸ ਇੰਨਾ ਕੀ ਹੈਗਾ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣੀ ਚਾਹਾਂਗੀ, ਜਿਹਦਾ ਮੈਂ ਸਭ ਤੋਂ ਵੱਡਾ ਥੈਂਕਸ ਕਹਿਣਾ ਚਾਹਾਂਗੀ, ਉਹ ਵਾ ਪੰਮੀ ਦੀਦੀ, ਮਿਸਿਸ ਅੰਬਰੀਸ਼। ਉਹ ਇਸ ਕਰਕੇ ਉਹਨਾਂ ਦਾ ਮੈਂ ਸਪੈਸ਼ਲ ਨਾਮ ਲਿਆ ਵਾ ਕਿ ਉਹ ਮੈਨੂੰ ਇੱਕ ਮਾਂ ਵਾਂਗੂ, ਇੱਕ ਦੋਸਤ ਵਾਂਗੂ, ਇੱਕ ਵੱਡੀ ਸਿਸਟਰ ਵਾਂਗੂ, ਜਾਂ ਜਿਸ ਤਰ੍ਹਾਂ ਵੀ ਹੈਗਾ, ਮੈਨੂੰ ਕਲੀਅਰ ਮੈਨੂੰ ਟੋਕਦੇ ਨੇ, ਮੈਨੂੰ ਝਟਕਾ ਮਾਰਦੇ ਨੇ, ਮੈਨੂੰ ਸਮਝਾਉਂਦੇ ਨੇ, ਜਿੰਨਾ ਮੈਨੂੰ ਇਨਸਪਾਇਰ ਕਰਦੇ ਨੇ, ਔਰ ਬਲਕਿ ਮੈਨੂੰ ਮੇਰਾ ਅਸਲੀ ਚਿਹਰਾ ਦਿਖਾਉਂਦੇ ਨੇ। ਜਿਹੜਾ ਇਸ ਗੱਲ ਲਈ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ, ਪੰਮੀ ਦੀਦੀ ਦਾ। ਹਾਂ, ਤੇ ਇਹੋ ਜਿਹੇ ਦੋਸਤ ਹਮੇਸ਼ਾ ਸਾਡੇ ਨਾਲ ਜੁੜੇ ਰਹਿਣ ਬਸ। ਵਿਪਨ ਜੀ, ਤੁਹਾਡਾ ਆਪਾਂ ਗੱਲਬਾਤ ਕੀਤੀ, ਬਹੁਤ ਖੂਬਸੂਰਤ ਗੱਲਾਂ ਹੋਈਆਂ ਕਵਿਤਾ ਬਾਰੇ। ਤੁਹਾਡਾ ਸਾਡੇ ਇੱਥੇ ਸ਼ੋਅ 'ਚ ਆਉਣ 'ਚ ਤੁਹਾਡਾ ਆਪਣਾ ਕੀਮਤੀ ਟਾਈਮ ਕੱਢ ਕੇ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਭੁਪਿੰਦਰ ਲਈ ਮੈਂ ਇੱਕ ਕਵਿਤਾ ਹਾਂ, ਤੁਸੀਂ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰੋ। ਤੇਰੇ ਇਸ ਤਰ੍ਹਾਂ ਦੇ ਹੋ ਜਾਣ ਦੀ ਆਦਤ ਹੋ ਗਈ ਹੈ ਮੈਨੂੰ, ਤੇਰੇ ਇਸ ਤਰ੍ਹਾਂ ਦੇ ਹੋ ਜਾਣ ਦੀ ਆਦਤ ਹੋ ਗਈ ਹੈ ਮੈਨੂੰ। ਹੁਣ ਤੇਰਾ ਬਦਲ ਜਾਣਾ ਮੇਰੇ ਬਦਲੇ ਜਾ ਚੁੱਕੇ ਲਈ ਬਦਲ ਨਹੀਂ ਹੋਣਾ। ਹੁਣ ਤੇਰਾ ਬਦਲ ਜਾਣਾ ਮੇਰੇ ਬਦਲੇ ਜਾ ਚੁੱਕੇ ਲਈ ਬਦਲ ਨਹੀਂ ਹੋਣਾ। ਤੇਰੇ ਪਿੱਛੇ ਇੱਕ ਪੰਛੀ ਹੈ, ਤੂੰ ਆਪਣੀਆਂ ਪਲਕਾਂ ਪਿੱਛੇ ਲੁਕ ਕੇ ਨਾ ਉੱਡੀ। ਤੇਰਾ ਵਿਸ਼ਵਾਸ ਕਰਨ ਲਈ ਮਨਾ ਲਿਆ ਹੈ ਮੈਂ ਆਪਣੇ ਆਪ ਨੂੰ, ਹੁਣ ਤੂੰ ਇੰਝ ਹੀ। ਬਹੁਤ ਖੂਬਸੂਰਤ ਕਵਿਤਾ ਵਿਪਨ ਜੀ। ਇਹਦੇ 'ਚ ਕੋਈ ਅਲਾਮਾ ਵੀ ਆ, ਪਿਆਰ ਵੀ ਆ, ਬਹੁਤ ਖੂਬਸੂਰਤ ਕਵਿਤਾ ਵਾ। ਕਵੀ ਦੀ ਰਮਜ਼ ਜਿਹੜੀ ਆ ਉਹ ਕਵਿਤਾ ਸਮਝ ਆ ਸਕਦੀ ਆ, ਜਾਂ ਜਿਹਦੇ ਲਈ ਲਿਖੀ ਗਈ ਉਹ ਸਮਝ ਸਕਦਾ, ਜਾਂ ਤੁਹਾਡੇ ਵਰਗੇ ਪਾਠਕ ਸਮਝ ਸਕਦੇ। ਸਾਡੇ ਪਿਆਰੇ ਦੋਸਤੋ, ਇਹ ਸਨ ਵਿਪਨ ਪ੍ਰੀਤ, ਬਹੁਤ ਅੱਛੇ ਕਵੀ, ਮੈਂ ਕਵਿਤਰੀ ਤੇ ਨਹੀਂ ਕਹੂੰਗਾ, ਤੇ ਬਹੁਤ ਅੱਛੀ ਕਵਿਤਾ ਲਿਖਣ ਵਾਲੇ। ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ। ਅਗਲੇ ਹਫਤੇ ਤੱਕ ਇਜਾਜ਼ਤ। ਅਸੀਂ ਫਿਰ ਤੁਹਾਨੂੰ ਕਿਸੇ ਬੜੀ ਖੂਬਸੂਰਤ ਆਤਮਾ ਨਾਲ, ਸ਼ਖਸੀਅਤ ਨਾਲ ਫਿਰ ਮੁਲਾਕਾਤ ਕਰਾਂਗੇ। ਉਦੋਂ ਤੱਕ ਲਈ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।